ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰਦੇ ਹੋ, ਸੋ ਸਟੂਡੈਂਟ ਅਸੀਂ ਪੀਐਸ ਟੈਟ 2022 ਜੋ ਕਿ ਹੋਣ ਜਾ ਰਿਹਾ ਹੈ ਉਸ ਦੇ ਵਿਸ਼ੇ ਐਸਐਸਟੀ ਦੀ ਭਾਵ ਕਿ ਸਮਾਜਿਕ ਸਿੱਖਿਆ ਦੀ ਤਿਆਰੀ ਕਰ ਰਹੇ ਹਾਂ। ਪੇਪਰ 2 ਦੀ ਅੱਜ ਦਾ ਸਾਡਾ ਲੈਕਚਰ ਰਹਿਣ ਵਾਲਾ ਹੈ ਜੀ 14 ਨੰਬਰ ਯਾਨੀ ਕਿ 14। ਔਰ ਸਟੂਡੈਂਟਸ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ। ਸਟੂਡੈਂਟ ਕੱਲ ਆਪਾਂ ਮਹਾਤਮਾ ਗਾਂਧੀ ਜੀ ਦੇ ਯੁੱਗ ਭਾਗ ਪਹਿਲੇ ਨੂੰ ਪੜ੍ਹ ਚੁੱਕੇ ਹਾਂ ਤੇ ਅੱਜ ਆਪਾਂ ਭਾਗ ਦੂਜਾ ਪਹਿਲਾਂ ਸ਼ੁਰੂ ਕਰਾਂਗੇ ਔਰ ਉਸ ਤੋਂ ਬਾਅਦ ਜਿਹੜੇ ਮਿਸਲੀਨੀਅਸ ਕੁਐਸਚਨ ਜਿਹੜੇ ਰਹਿ ਗਏ ਨੇ ਮਾਡਰਨ ਇੰਡੀਆ ਹਿਸਟਰੀ ਦੇ ਵਿੱਚ ਉਹ ਆਪਾਂ ਜਿਹੜੇ ਆ ਕੰਪਲੀਟ ਕਰਾਂਗੇ। ਸ਼ੁਰੂਆਤ ਕਰਦੇ ਹਾਂ। ਅੱਜ ਦਾ ਸਾਡਾ ਪਹਿਲਾ ਪ੍ਰਸ਼ਨ ਹੈ, ਗਾਂਧੀ ਜੀ ਨੂੰ ਪਹਿਲੀ ਵਾਰ ਅੰਗਰੇਜ਼ੀ ਸਰਕਾਰ ਨੇ ਦੇਸ਼ ਧਰੋਹ ਦੇ ਦੋਸ਼ ਤਹਿਤ ਕਿੱਥੇ ਗ੍ਰਿਫਤਾਰ ਕੀਤਾ ਸੀ? ਦੇਖੋ, ਗਾਂਧੀ ਜੀ ਨੂੰ ਗ੍ਰਿਫਤਾਰ ਤਾਂ ਸਮੇਂ-ਸਮੇਂ ਤੇ ਕੀਤਾ ਗਿਆ, ਪਰ ਉਹਨਾਂ ਨੇ ਇੱਥੇ ਪੁੱਛਿਆ ਦੇਸ਼ ਧਰੋਹ। ਠੀਕ ਹੈ, ਦੇਸ਼ ਧਰੋਹੀ ਦਾ ਜਿਹੜਾ ਉਹਨਾਂ ਦੇ ਉੱਪਰ ਮੁਕੱਦਮਾ ਚਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਏ ਤੇ ਆਪਸ਼ਨ ਹੈ ਦਿੱਲੀ, ਬੀ ਤੇ ਮੁੰਬਈ, ਸੀ ਤੇ ਹੈ ਜੀ ਆਪਣੇ ਕੋਲੇ ਚੰਪਾਰਨ, ਡੀ ਤੇ ਹੈ ਅਹਿਮਦਾਬਾਦ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ ਆਪਣੇ ਕੋਲੇ ਅਹਿਮਦਾਬਾਦ ਹੋ ਜਾਏਗੀ ਜੀ। ਅਹਿਮਦਾਬਾਦ ਵਿਖੇ ਕੀ ਆ, ਗਾਂਧੀ ਜੀ ਨੂੰ ਦੇਸ਼ ਧਰੋਹੀ ਦਾ ਮੁਕੱਦਮਾ ਚਲਾ ਕੇ ਉੱਥੇ ਕੀ ਆ ਗ੍ਰਿਫਤਾਰ ਕੀਤਾ ਜਾਂਦਾ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਅੱਜ ਦਾ ਆਪਣੇ ਕੋਲੇ ਦੂਜਾ ਪ੍ਰਸ਼ਨ ਹੈ, ਮਾਈ ਐਕਸਪੀਰੀਅੰਸ ਵਿਦ ਟਰੁੱਥ, ਮੇਰੇ ਤਜਰਬੇ ਸਚਾਈ ਦੇ ਨਾਲ ਦਾ ਅੰਗਰੇਜ਼ੀ ਅਨੁਵਾਦ ਕਿਸ ਨੇ ਕੀਤਾ ਸੀ? ਮਤਲਬ ਗਾਂਧੀ ਜੀ ਦੀ ਇਹ ਪੁਸਤਕ ਸੀਗੀ ਤਾਂ ਉਸ ਦਾ ਇੰਗਲਿਸ਼ ਦੇ ਵਿੱਚ ਅਨੁਵਾਦ ਕਿਹਨੇ ਕੀਤਾ ਸੀ? ਏ ਤੇ ਆਪਣੇ ਕੋਲੇ ਆਪਸ਼ਨ ਮਹਾਦੇਵ ਦੇਸਾਈ, ਬੀ ਤੇ ਹੈ ਵਿਵੇਕ ਬਿੰਦਰਾ, ਸੀ ਤੇ ਹੈ ਜੌਹਨ ਰਿਸਕਸ, ਡੀ ਤੇ ਹੈ ਕਸਤੂਰਬਾ ਗਾਂਧੀ। ਤਾਂ ਵਿਦਿਆਰਥੀ ਸਾਥੀਓ ਰਾਈਟ ਆਪਸ਼ਨ ਹੋ ਜਾਏਗੀ ਮਹਾਦੇਵ ਦੇਸਾਈ। ਔਰ ਆਪਾਂ ਗੱਲ ਕਰ ਲਈ ਕਸਤੂਰਬਾ ਗਾਂਧੀ, ਤਾਂ ਕਸਤੂਰਬਾ ਗਾਂਧੀ ਕੌਣ ਸੀ? ਇਹਨਾਂ ਦੀ ਵਾਈਫ ਸੀ, ਯਾਨੀ ਕਿ ਇਹਨਾਂ ਦੀ ਪਤਨੀ ਸੀਗੀ। ਠੀਕ ਹੈ ਜੀ, ਗਾਂਧੀ ਜੀ ਦੀ। ਤਾਂ ਇਹਨਾਂ ਦੀ ਮੌਤ ਹੋ ਗਈ ਸੀ ਪੂਨੇ 'ਚ, ਮਹਾਰਾਸ਼ਟਰ ਦੇ ਵਿੱਚ। ਇਹ ਵੀ ਪ੍ਰਸ਼ਨ ਬਣ ਸਕਦਾ। ਔਰ ਨਾਲ ਹੀ ਕਦੋਂ ਹੋਈ ਸੀ? 1944 'ਚ। ਤੇ 1948 'ਚ ਕਦੋਂ ਕਿਹਦੀ ਹੋਈ ਸੀਗੀ? ਗਾਂਧੀ ਜੀ ਦੀ। 4 ਸਾਲਾਂ ਦੇ ਵਕਫੇ ਬਾਅਦ ਗਾਂਧੀ ਜੀ ਵੀ ਐਕਸਪਾਇਰ ਹੋ ਗਏ ਸਨ, ਯਾਨੀ ਕਿ ਉਹਨਾਂ ਦੀ ਹੱਤਿਆ ਕੀਤੀ ਸੀ 30 ਜਨਵਰੀ ਨੂੰ ਨੱਥੂਰਾਮ ਗੋਡਸੇ ਨੇ ਮਾਰ ਦਿੱਤਾ ਸੀ 1948 'ਚ। ਔਰ ਇਹਨਾਂ ਦੀ ਜਿਹੜੀ ਵਾਈਫ ਸੀ ਕਸਤੂਰਬਾ ਗਾਂਧੀ, ਇਹਦੀ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀਗੀ। ਆਗਾ ਖਾਨ ਸੀਗੀ ਜੇਲ੍ਹ। ਠੀਕ ਹੈ ਜੀ, ਜੇਲ੍ਹ ਪੁੱਛ ਲੈਣ ਤਾਂ ਕੀ ਸੀਗੀ? ਆਗਾ ਖਾਨ। ਆਗਾ ਖਾਨ ਦੇ ਨਾਮ ਤੋਂ ਹੋਰ ਵੀ ਕੀ ਮਸ਼ਹੂਰ ਹੈਗਾ? ਮੁਸਲਿਮ ਲੀਗ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਆਗਾ ਖਾਨ। ਇਹ ਇਹਨਾਂ ਦੇ ਨਾਮ ਦੀ ਜਿਹੜੀ ਜੇਲ੍ਹ ਸੀਗੀ ਜਿਹਦੇ ਵਿੱਚ ਕੀ ਆ ਕਸਤੂਰਬਾ ਗਾਂਧੀ, ਮਤਲਬ ਕਿ ਨਾਮ ਸੇਮ ਸੀਗਾ। ਠੀਕ ਹੈ, ਤਾਂ ਕਸਤੂਰਬਾ ਗਾਂਧੀ ਕੀ ਆ ਇੱਥੇ ਹੀ ਆਗਾ ਖਾਨ ਨਾਮਕ ਜੇਲ੍ਹ ਦੇ ਵਿੱਚ ਕੀ ਆ ਇਹਦੀ ਮੌਤ ਹੋ ਜਾਂਦੀ ਹੈ। ਅੱਗੇ ਆ ਜੀ 3 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੇ ਕਿਸ ਨੂੰ ਆਪਣੇ 2 ਫੇਫੜੇ ਕਿਹਾ ਸੀ? 2 ਫੇਫੜੇ। ਤਾਂ ਏ ਤੇ ਆਪਸ਼ਨ ਹੈ ਸ਼ਾਂਤੀ ਤੇ ਅੰਦੋਲਨ, ਬੀ ਤੇ ਹੜਤਾਲ ਤੇ ਅਸਹਿਯੋਗ, ਸੀ ਤੇ ਹੈ ਸੱਚ ਤੇ ਸ਼ਾਂਤੀ, ਡੀ ਤੇ ਹੈ ਅਹਿੰਸਾ ਤੇ ਸੱਚ। ਤਾਂ ਵਿਦਿਆਰਥੀ ਸਾਥੀਓ ਜੇਕਰ ਮੈਂ ਗੱਲ ਕਰਦਾ, ਤੁਸੀਂ ਛੋਟੀਆਂ ਕਲਾਸਾਂ 'ਚ ਵੀ ਆ ਜ਼ਰੂਰ ਪੜ੍ਹਿਆ ਹੋਣਾ ਗਾਂਧੀ ਜੀ ਦੇ ਵਿਚਾਰ, ਅਹਿੰਸਾ ਦੀ ਪਾਲਣਾ ਕਰੋ। ਠੀਕ ਹੈ, ਨਾਨ ਵਾਇਲੈਂਸ ਤੇ ਟਰੁੱਥ ਜਿਹੜੀ ਹੈ ਉਹਨਾਂ ਨੂੰ ਕਿਹਾ ਜਾਂਦਾ, ਉਹਨਾਂ ਦੇ 2 ਜਿਹੜੇ ਨੇ ਫੇਫੜੇ ਸੀ ਗਾਂਧੀ ਜੀ ਦੇ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਅੱਜ ਦਾ ਸਾਡੇ ਕੋਲੇ 4 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਦੇ ਬਚਪਨ ਦਾ ਨਾਂ ਕੀ ਸੀ? ਬਚਪਨ ਦਾ ਨਾਮ ਪੁੱਛਿਆ ਆਪਣੇ ਕੋਲੋਂ। ਏ ਤੇ ਹੈ ਰਾਜਾ, ਬੀ ਤੇ ਹੈ ਕ੍ਰਿਸ਼ਨ ਜਾਂ ਕਿਸ਼ਨ, ਸੀ ਤੇ ਹੈ ਮੋਨੀਆ ਪਾਇਆ ਇੱਥੇ ਮੁੰਨੀਆਂ ਆਣਾ ਸੀ। ਠੀਕ ਹੈ ਜੀ, ਮੁੰਨੀਆਂ। ਔਰ ਨਾਲ ਹੀ ਜਾਂ ਮੰਨੂ, ਤੇ ਡੀ ਤੇ ਹੈ ਉਪਰੋਕਤ ਸਾਰੇ। ਤਾਂ ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ, ਮੋਨੀਆ ਜਾਂ ਮੰਨੂ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚ ਗਾਂਧੀ ਜੀ ਦਾ ਸਮਾਚਾਰ ਪੱਤਰ ਆਣਾ ਸੀ ਇੱਥੇ। ਠੀਕ ਹੈ ਜੀ, ਗਾਂਧੀ ਜੀ ਦਾ ਸਮਾਚਾਰ ਪੱਤਰ ਕਿਹੜਾ ਹੈ? ਤਾਂ ਏ ਤੇ ਆਪਣੇ ਕੋਲੇ ਆਪਸ਼ਨ ਹੈ ਨਵਜੀਵਨ, ਬੀ ਤੇ ਹਰੀਜਨ, ਸੀ ਤੇ ਯੰਗ ਇੰਡੀਆ, ਔਰ ਡੀ ਤੇ ਉਪਰੋਕਤ ਸਾਰੇ। ਯਾਦ ਰੱਖਿਓ ਆਹ ਹਫਤਾਵਾਰੀ ਅਖਬਾਰ ਸੀਗੇ ਦੋਵੇਂ। ਠੀਕ ਹੈ ਜੀ, ਮਤਲਬ ਹਫਤੇ ਬਾਅਦ ਜਿਹੜੇ ਛਪਦੇ ਨੇ। ਤਾਂ ਡੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਉਪਰੋਕਤ ਸਾਰੇ ਸਮਾਚਾਰ ਪੱਤਰ ਕੀ ਸੀ? ਗਾਂਧੀ ਜੀ ਦੇ ਸਨ। ਅੱਗੇ ਆ ਜੀ ਅੱਜ ਦਾ ਆਪਣੇ ਕੋਲੇ 6 ਨੰਬਰ ਪ੍ਰਸ਼ਨ ਹੈ, 9 ਜਨਵਰੀ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ? ਕਿਹੜਾ ਦਿਨ ਮਨਾਇਆ ਜਾਂਦਾ ਜੀ 9 ਜਨਵਰੀ ਨੂੰ? ਇਹ ਤੇ ਅਹਿੰਸਾ ਦਿਵਸ, ਬੀ ਤੇ ਹੈ ਭਾਰਤੀ ਦਿਵਸ, ਸੀ ਤੇ ਅਫਰੀਕਾ ਦਿਵਸ, ਡੀ ਤੇ ਆਪਣੇ ਕੋਲੇ ਪ੍ਰਵਾਸੀ ਦਿਵਸ। ਤਾਂ ਡੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਪ੍ਰਵਾਸੀ ਦਿਵਸ। ਹੁਣ 9 ਜਨਵਰੀ 1915 ਨੂੰ ਕੀ ਹੋਇਆ ਸੀ? ਗਾਂਧੀ ਜੀ ਜਿਹੜੇ ਸਾਊਥ ਅਫਰੀਕਾ ਤੋਂ ਵਾਪਸ ਆਏ ਸਨ, ਤਾਂ ਇਹੀ ਨਾਮ ਕਰਕੇ ਪ੍ਰਵਾਸੀ ਦਿਵਸ ਜਿਹੜਾ ਮਨਾਇਆ ਜਾਂਦਾ, ਯਾਨੀ ਕਿ NRI ਡੇ ਮਨਾਇਆ ਜਾਂਦਾ ਹੈ। ਠੀਕ ਹੈ ਜੀ, ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਅੱਗੇ ਜੀ ਅੱਜ ਦਾ 7 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੂੰ
ਦੱਖਣੀ ਅਫਰੀਕਾ ਕੌਣ ਮਿਲਣ ਗਿਆ ਸੀ? ਦੇਖੋ ਗਾਂਧੀ ਜੀ 1893 ਤੋਂ ਲੈ ਕੇ 1915 ਤੱਕ ਲਗਭਗ 21 ਸਾਲ ਦੱਖਣੀ ਅਫਰੀਕਾ ਰਹੇ ਸਨ ਕਿਸੇ ਕੇਸ ਦੇ ਵਿੱਚ, ਤੇ ਉੱਥੇ ਜਾ ਕੇ ਫਿਰ ਇਹਨਾਂ ਨੂੰ ਸੱਤਿਆਗ੍ਰਹਿ ਕਰਨੇ ਪਏ ਕਿਉਂਕਿ ਉਹ ਰੰਗ ਭੇਦੀ ਦਾ ਸ਼ਿਕਾਰ ਹੋ ਗਏ ਸਨ। ਹੁਣ ਜੇਕਰ ਗੱਲ ਕਰੀਏ ਉੱਥੇ ਇਹਨਾਂ ਨੂੰ ਮਿਲਣ ਕੌਣ ਗਿਆ ਸੀ, ਇਹ ਤੇ ਆਪਸ਼ਨ ਹੈ ਬਾਲ ਗੰਗਾਧਰ ਤਿਲਕ, ਬੀ ਤੇ ਆਪਣੇ ਕੋਲੇ ਸੁਭਾਸ਼ ਚੰਦਰ ਬੋਸ, ਸੀ ਤੇ ਜੀ.ਕੇ. ਗੋਖਲੇ ਯਾਨੀ ਕਿ ਗੋਪਾਲ ਕ੍ਰਿਸ਼ਨ ਗੋਖਲੇ, ਡੀ ਤੇ ਰਾਜਿੰਦਰ ਪ੍ਰਸਾਦ। ਤਾਂ ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ, ਗੋਪਾਲ ਕ੍ਰਿਸ਼ਨ ਗੋਖਲੇ। ਤਾਂ ਇਹੀ ਮੰਨੇ ਜਾਂਦੇ ਨੇ ਇਹਨਾਂ ਦੇ ਰਾਜਨੀਤਿਕ ਗੁਰੂ, ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਰਾਜਨੀਤਿਕ ਜਿਹੜੇ ਆ ਗੁਰੂ ਮੰਨੇ ਜਾਂਦੇ ਨੇ ਗੋਪਾਲ ਕ੍ਰਿਸ਼ਨ ਗੋਖਲੇ। ਔਰ ਅਧਿਆਤਮਿਕ ਗੁਰੂ ਪੁੱਛ ਲੈਣ ਤਾਂ ਕੌਣ ਸੀ? ਲੂਈ ਟਾਲਸਟਾਈ, ਠੀਕ ਆ, ਲੂਈ ਟਾਲਸਟਾਈ। ਇਹ ਚੀਜ਼ਾਂ ਤੁਸੀਂ ਜਿਹੜੀਆਂ ਨੇ ਇੱਕ ਇੱਕ ਚੀਜ਼ ਜਿਹੜੀ ਆ ਯਾਦ ਰੱਖਣੀਆਂ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 8 ਨੰਬਰ ਪ੍ਰਸ਼ਨ ਹੈ, ਅਸਹਿਯੋਗ ਅੰਦੋਲਨ ਸਮੇਂ ਗਾਂਧੀ ਜੀ ਨੇ ਕਿਸ ਉਪਾਧੀ ਦਾ ਤਿਆਗ ਕੀਤਾ ਸੀ? ਅਸਹਿਯੋਗ ਅੰਦੋਲਨ ਜਦੋਂ ਚੱਲਿਆ ਸੀਗਾ, ਠੀਕ ਹੈ, ਨਾਨ ਕਾਰਪੋਰੇਸ਼ਨ ਮੂਵਮੈਂਟ ਕਵਾਂਗੇ ਆਪਾਂ, ਤਾਂ ਉਦੋਂ ਗਾਂਧੀ ਜੀ ਨੇ ਕਿਹੜੀ ਗੱਦੀ ਦਾ ਤਿਆਗ ਕੀਤਾ ਸੀ? ਉਦੋਂ ਹਾਲ ਹੀ ਦੇ ਵਿੱਚ ਘਟਨਾ ਵਾਪਰੀ ਸੀ ਜੀ 1919 ਵਾਲੀ, ਠੀਕ ਹੈ, ਜ਼ਿਲ੍ਹਿਆਂ ਵਾਲੇ ਬਾਗ ਦਾ। ਤਾਂ ਉਸ ਤੋਂ ਬਾਅਦ ਗਾਂਧੀ ਜੀ ਕੀ ਕਰਦੇ ਨੇ? ਆਪਣੀ ਉਪਾਧੀ ਦਾ ਤਿਆਗ ਕਰ ਦਿੰਦੇ ਨੇ। ਉਹ ਉਪਾਧੀ ਕਿਹੜੀ ਮਿਲੀ ਹੋਈ ਸੀ ਇਹਨਾਂ ਨੂੰ? ਏ ਤੇ ਆਪਸ਼ਨ ਹੈ ਭਾਰਤ ਰਤਨ, ਬੀ ਤੇ ਹੈ ਪਦਮ ਵਿਭੂਸ਼ਣ, ਸੀ ਤੇ ਹੈ ਕੇਸਰ ਏ ਹਿੰਦ, ਡੀ ਤੇ ਉਪਰੋਕਤ ਸਾਰੇ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਕੇਸਰ ਏ ਹਿੰਦ। ਕੇਸਰ ਏ ਹਿੰਦ ਨਾਮਕ ਉਪਾਧੀ ਸੀ ਜਿਹੜੀ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਦੇ ਸਮੇਂ ਕੀ ਆ ਤਿਆਗ ਦਿੱਤੀ ਸੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ, ਮਹਾਤਮਾ ਗਾਂਧੀ ਜੀ ਨੇ ਅਸਹਿਯੋਗ ਅੰਦੋਲਨ ਕਦੋਂ ਬੰਦ ਕੀਤਾ ਸੀ? ਦੇਖੋ ਅਸਹਿਯੋਗ ਅੰਦੋਲਨ ਨੂੰ ਬੰਦ ਕਰਨ ਦਾ ਕਾਰਨ ਕੀ ਹੋ ਸਕਦਾ ਹੈ? ਕੀ ਹੋਇਆ ਸੀ 5 ਫਰਵਰੀ ਨੂੰ? ਡੇਟ ਤਾਂ ਮਤਲਬ ਦੱਸ ਦਿੱਤੀ ਹੈ, ਮੈਂ ਸਨ ਵੀ ਦੱਸੂਗਾ, ਇਹਨਾਂ ਦੇ ਵਿੱਚ ਹੀ ਛਿਪਿਆ ਹੋਇਆ, ਤੁਸੀਂ ਥੋੜਾ ਜਿਹਾ ਟਰਾਈ ਕਰੋ ਲੱਭਣ ਦੀ। ਤਾਂ 5 ਫਰਵਰੀ ਉਹ ਦਿਨ ਸੀ ਜਦੋਂ ਚੋਰਾ ਚੋਰੀ ਦੀ ਘਟਨਾ ਹੁੰਦੀ ਹੈ, ਠੀਕ ਹੈ। ਕ੍ਰਾਂਤੀਕਾਰੀਆਂ ਦੇ ਵੱਲੋਂ ਕੀ ਆ ਥਾਣਿਆਂ ਦੇ ਵਿੱਚ ਅੰਗਰੇਜ਼ਾਂ ਨੂੰ ਮਾਰ ਦਿੱਤਾ ਜਾਂਦਾ, ਜਿਸ ਤੋਂ ਕੀ ਆ ਗਾਂਧੀ ਜੀ ਜਿਹੜਾ ਹੈ ਉਹ ਅੰਦੋਲਨ ਬੰਦ ਕਰ ਦਿੰਦੇ ਨੇ। ਤਾਂ ਦੇਖੋ ਇਹ ਤੇ ਆਪਸ਼ਨ ਹੈ 1920, ਬੀ ਤੇ ਹੈ 1934, ਸੀ ਤੇ ਹੈ 1930 ਤੇ ਡੀ ਤੇ ਹੈ ਜੀ 1922। ਤਾਂ 1922 ਦੇ ਵਿੱਚ ਜਿਹੜਾ ਅਸਹਿਯੋਗ ਅੰਦੋਲਨ ਬੰਦ ਕੀਤਾ ਜਾਂਦਾ। ਤਾਂ ਇਹਦੇ ਨਾਲ ਹੀ ਜਿਹੜਾ ਖਿਲਾਫਤ ਅੰਦੋਲਨ ਚੱਲ ਰਿਹਾ ਸੀ ਉਹ 1924 ਚ ਬੰਦ ਹੁੰਦਾ, ਠੀਕ ਹੈ ਜੀ। ਇਹ ਅੰਦੋਲਨ ਜਿਹੜੇ ਆ ਇਕੱਠੇ ਹੋ ਗਏ ਸੀ ਗਾਂਧੀ ਜੀ ਦੇ ਨਾਲ, ਜਿਹੜੇ ਆ ਖਲੀਫਾ ਵਾਲੇ ਰਲ ਗਏ ਸਨ। ਔਰ ਇਹ ਚੱਲਿਆ ਕਦੋਂ ਸੀ? 1920 ਚ ਸਟਾਰਟ ਹੋਇਆ ਸੀ। ਇਹ ਵੀ ਚੀਜ਼ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 10 ਨੰਬਰ ਪ੍ਰਸ਼ਨ ਹੈ, ਮਹਾਤਮਾ ਗਾਂਧੀ ਦੀ ਮੌਤ ਕਦੋਂ ਹੋਈ ਸੀ? ਇਹ ਤੇ ਆਪਸ਼ਨ ਹੈ 15 ਫਰਵਰੀ 1931, ਬੀ ਤੇ ਹੈ 30 ਜਨਵਰੀ 1948, ਸੀ ਤੇ ਆਪਣੇ ਕੋਲੇ 30 ਜੂਨ 1931, ਡੀ ਤੇ ਹੈ 11 ਮਾਰਚ 1904। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦੀ ਮੌਤ ਜਿਹੜੀ ਹੈ ਉਹ ਹੋ ਜਾਂਦੀ ਹੈ। ਅੱਗੇ ਜੀ ਅੱਜ ਦਾ 11 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਵਕਾਲਤ ਦੀ ਪੜ੍ਹਾਈ ਲਈ ਲੰਡਨ ਜਿਹੜੇ ਆ ਕਦੋਂ ਗਏ ਸਨ? ਠੀਕ ਹੈ, ਦੇਖੋ ਇਹਨਾਂ ਨੇ ਜਿਹੜੀ ਪੜ੍ਹਾਈ ਕੀਤੀ ਸੀਗੀ ਲੰਡਨ ਯੂਕੇ ਯੂਨਾਈਟਿਡ ਕਿੰਗਡਮ ਦੇ ਵਿੱਚ ਵਕਾਲਤ ਦੀ। ਤਾਂ ਮੈਂ ਗੱਲ ਕਰਾਂ ਇਹ ਗਏ ਕਦੋਂ ਸੀ? 1888 ਤੋਂ ਲੈ ਕੇ 91 ਤੱਕ ਉੱਥੇ ਰਹੇ ਸੀ। 88 ਚ ਚਲੇ ਗਏ ਸੀ, 91 ਚ ਵਾਪਸ ਆਏ ਸੀ, ਇਹ ਵੀ ਗੱਲ ਯਾਦ ਰੱਖਿਓ। ਔਰ ਇਹਨਾਂ ਨੇ ਵਕਾਲਤ ਕੀਤੀ ਸੀ 1891 ਤੋਂ ਲੈ ਕੇ 93 ਤੱਕ ਇੰਡੀਆ 'ਚ। ਤਾਂ ਕਿਹੜੀਆਂ ਜੇਲਾਂ ਗਈਆਂ ਨਾ ਕੋਰਟ ਦੇ ਵਿੱਚ ਰਹੇ? ਤਾਂ ਉਹ ਇੱਕ ਸੀ ਰਾਜਕੋਟ ਔਰ ਮੁੰਬਈ ਦੇ ਵਿੱਚ, ਠੀਕ ਆ। ਇੱਥੇ ਇਹਨਾਂ ਨੇ ਕੀ ਕੀਤੀ ਸੀ? ਵਕਾਲਤ ਕਰੀ। ਔਰ 1893 ਦੇ ਵਿੱਚ ਕੀ ਆ ਕੇਸ ਲੜਨ ਲਈ ਸਾਊਥ ਅਫਰੀਕਾ ਚਲੇ ਜਾਂਦੇ। ਇਹ ਚੀਜ਼ਾਂ ਤੁਸੀਂ ਆ ਮੇਰੇ ਪੁਆਇੰਟ ਜਿਹੜੇ ਮੈਂ ਫੈਕਟ ਬੋਲਦਾ ਨਾ, ਇਹ ਤੁਸੀਂ ਜ਼ਰੂਰ ਯਾਦ ਰੱਖਿਓ। ਪੇਪਰ 'ਚ ਜਿਹੜਾ ਪ੍ਰਸ਼ਨ ਹੈ ਕਿਤੋਂ ਵੀ ਕਿਵੇਂ ਵੀ ਮੋਲਡ ਕਰਕੇ ਉਹ ਪਾ ਸਕਦੇ ਨੇ। ਤਾਂ ਆਪਾਂ ਨੂੰ ਸਾਰੀ ਜਿਹੜੀ ਆ ਪ੍ਰੈਪਰੇਸ਼ਨ ਕਰਕੇ ਜਾਣੀ ਹੋਵੇਗੀ ਤਾਂ ਕਿ ਕੋਈ ਵੀ ਪੁਆਇੰਟ ਜਿਹੜਾ ਆਪਣਾ ਰਹਿ ਨਾ ਜਾਵੇ। ਅੱਗੇ ਜਾਣਦੇ ਆ ਜੀ। ਅੱਗੇ ਅੱਜ ਦਾ ਆਪਣੇ ਕੋਲੇ 12 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੇ ਡਾਂਡੀ ਮਾਰਚ ਕਦੋਂ ਕੀਤਾ? ਡਾਂਡੀ ਮਾਰਚ ਉਹੀ ਨਮਕ ਵਾਲਾ, ਠੀਕ ਹੈ, ਨਮਕ ਕਾਨੂੰਨ ਜਿਹੜਾ ਭੰਗ ਕਰਿਆ ਸੀਗਾ। ਤਾਂ ਇਹ ਤੇ ਆਪਸ਼ਨ ਹੈ 15 ਜੁਲਾਈ 1930, ਬੀ ਤੇ ਹੈ 28 ਜੂਨ 1942, ਸੀ ਤੇ ਆਪਣੇ ਕੋਲੇ 20 ਅਗਸਤ 1930 ਤੇ ਡੀ ਤੇ ਹੈ 12 ਮਾਰਚ 1930। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ 12 ਮਾਰਚ 1930 ਦੇ ਵਿੱਚ ਜਿਹੜਾ ਡਾਂਡੀ ਮਾਰਚ ਸਿਵਲ ਡਿਸਓਬੀਡੈਂਟ ਮੂਵਮੈਂਟ ਆਪਾਂ ਜਿਹਨੂੰ ਬੋਲ ਦਿੰਦੇ ਹਾਂ, ਠੀਕ ਹੈ ਜੀ। ਤਾਂ ਉਹ ਜਿਹੜਾ ਚੱਲਿਆ ਸੀਗਾ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੇ ਆਲ ਇੰਡੀਆ ਹਰੀਜਨ ਸਮਾਜ ਦੀ ਸਥਾਪਨਾ ਕਦੋਂ ਕਰੀ ਸੀ? ਆਲ ਇੰਡੀਆ ਹਰੀਜਨ, ਦੇਖੋ ਇਹ ਕੀ ਹੁੰਦਾ? ਹਰੀਜਨ ਸਮਾਜ ਦੀ ਸਥਾਪਨਾ ਕਰਨ ਦਾ ਕਾਰਨ ਕੀ? BRA ਯਾਨੀ ਕਿ ਭੀਮ ਰਾਓ ਅੰਬੇਦਕਰ ਜੀ ਨਾਲ ਇਹਨਾਂ ਦੇ ਮਤਭੇਦ ਹੋ ਜਾਂਦੇ ਨੇ। ਬਾਅਦ ਚ ਇਹਨਾਂ ਦਾ ਆਪਸੀ ਸਮਝੌਤਾ ਹੁੰਦਾ, ਠੀਕ ਆ।
ਤਾਂ ਉਹ ਸਮਝੌਤਾ ਜਾਣਿਆ ਕਿਹਦੇ ਨਾਮ ਨਾਲ ਗਿਆ ਸੀ? ਪੂਨਾ ਪੈਕਟ। ਪੂਨੇ ਹੋਇਆ ਹੋਣਾ ਜਿਸ ਕਰਕੇ ਪੂਨਾ ਪੈਕਟ ਨਾਲ ਜਾਣਿਆ ਜਾਂਦਾ। ਤਾਂ ਇਹ ਹੋਇਆ ਕਦੋਂ ਸੀ? 1932 ਦੇ ਵਿੱਚ। ਠੀਕ ਹੈ, ਤਾਂ ਹਰੀਜਨ ਸਮਾਜ ਦੀ ਜਿਹੜੀ ਆ ਸਥਾਪਨਾ ਕਰੀ ਗਈ ਸੀ ਉਦੋਂ। ਠੀਕ ਹੈ ਜੀ, ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਅੱਗੇ ਜੀ ਆਪਣੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, 1933 ਈਸਵੀ ਵਿੱਚ ਗਾਂਧੀ ਜੀ ਨੇ ਕਿਸ ਸਮਾਚਾਰ ਪੱਤਰ ਦਾ ਪ੍ਰਕਾਸ਼ਨ ਕੀਤਾ ਸੀ? ਕਿਹੜਾ ਸਮਾਚਾਰ ਪੱਤਰ ਸੀਗਾ? ਤਾਂ ਇਹ ਤੇ ਆਪਸ਼ਨ ਹੈ ਹਰੀਜਨ, ਬੀ ਤੇ ਆ ਹਿੰਦੁਸਤਾਨ, ਸੀ ਤੇ ਆ ਗਾਂਧੀਨਾਮਾ, ਡੀ ਤੇ ਆ ਗਾਂਧੀ ਦੀ ਖਬਰ। ਤਾਂ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਹਰੀਜਨ ਨਾਮਕ ਸਮਾਚਾਰ ਪੱਤਰ ਗਾਂਧੀ ਜੀ ਨੇ 1933 ਦੇ ਵਿੱਚ ਪ੍ਰਕਾਸ਼ਨ ਕੀਤਾ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਨਾਰਾ ਕਦੋਂ ਦਿੱਤਾ ਸੀ? ਦੇਖੋ, ਕਰੋ ਜਾਂ ਮਰੋ ਦਾ ਨਾਰਾ ਕਦੋਂ ਦਿੱਤਾ? ਤਾਂ ਦੇਖੀਏ ਆਪਾਂ ਇਹ ਹੁਣ ਇਹ ਡੇਟਾ ਦਿੱਤੀਆਂ। ਮੈਂ ਇੱਕ ਕੁਐਸਚਨ ਕਰਵਾ ਚੁੱਕਿਆ ਇਦੋਂ ਪਹਿਲਾਂ ਕਿ ਮੂਵਮੈਂਟ ਕਿਹੜੀ ਦੇ ਦੌਰਾਨ ਦਿੱਤਾ ਸੀ? ਤਾਂ ਉਹ ਸੀਗੀ ਕੁਇਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅੰਦੋਲਨ ਦੇ ਵਿੱਚ। ਤਾਂ ਤੁਹਾਨੂੰ ਜੇਕਰ ਭਾਰਤ ਛੱਡੋ ਅੰਦੋਲਨ ਦੀ ਡੇਟ ਪਤਾ ਤਾਂ ਇੱਥੇ ਆਪਣੇ ਅੱਗੇ ਹੀ ਘੁੰਮਦੀ ਫਿਰਦੀ ਆ। ਮੈਂ ਕਰਵਾਇਆ ਵੀ ਸੀ ਟ੍ਰਿਕ ਨਾਲ। ਚੰਪਾਰਨ ਪਹਿਲਾਂ ਬੋਲਿਆ ਸੀ, ਉਸ ਤੋਂ ਬਾਅਦ ਮੈਂ ਬੋਲਿਆ ਸੀ NSQF। ਮੈਂ ਤੁਹਾਨੂੰ ਕੋਰਸ ਬੋਲਦਾ ਹੁੰਦਾ ਨਾ NSQF, ਤਾਂ ਇਹ ਗਾਂਧੀ ਜੀ NCQF ਸੌਰੀ। ਤਾਂ NCQF ਤੋਂ ਤੁਸੀਂ ਯਾਦ ਰੱਖ ਸਕਦੇ ਹੋ, ਨੌਨ ਕਾਰਪੋਰੇਸ਼ਨ ਮੂਵਮੈਂਟ, CDM ਸਿਵਲ ਡਿਸਓਬੀਡੈਂਟ ਮੂਵਮੈਂਟ, ਕਿਊ ਤੇ ਕੁਇਟ ਇੰਡੀਆ ਮੂਵਮੈਂਟ। ਠੀਕ ਹੈ, ਚੰਪਾਰਨ 1917 ਚ ਚੱਲਿਆ, ਤਾਂ ਐਸਾ ਹੀ ਹੋ ਗਿਆ, ਯਾਨੀ ਕਿ ਨੌਨ ਕਾਰਪੋਰੇਸ਼ਨ 1920 ਚ ਚੱਲਿਆ ਸੀ, CDM ਸਿਵਲ ਡਿਸਓਬੀਡੈਂਟ ਮੂਵਮੈਂਟ 1930 ਚ, ਤੇ ਕੁਇਟ ਇੰਡੀਆ ਮੂਵਮੈਂਟ 1942 ਚ। ਇਸ ਤਰ੍ਹਾਂ ਮੈਂ ਤੁਹਾਨੂੰ ਟ੍ਰਿਕ ਦੇ ਨਾਲ ਪੜਾਇਆ ਸੀ। ਤਾਂ ਉਸ ਸਮੇਂ ਹੀ ਜਿਹੜਾ ਨਾਰਾ ਦਿੱਤਾ ਗਿਆ ਸੀ, ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, 8 ਅਗਸਤ 1942 ਈਸਵੀ ਨੂੰ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 16 ਨੰਬਰ ਪ੍ਰਸ਼ਨ ਹੈ, 2 ਅਕਤੂਬਰ ਨੂੰ ਗਾਂਧੀ ਜਯੰਤੀ ਨਾਲ ਕਿਸ ਦੀ ਜਯੰਤੀ ਜਿਹੜੀ ਆ ਮਨਾਈ ਜਾਂਦੀ ਆ? ਹੋਰ ਕਿਹਨਾਂ ਦੀ ਜਯੰਤੀ ਮਨਾਈ ਜਾਂਦੀ ਹੈ? ਇਹ ਤੇ ਆਪਸ਼ਨ ਹੈ ਲਾਲ ਬਹਾਦਰ ਸ਼ਾਸਤਰੀ, ਬੀ ਤੇ ਹੈ ਨਰਿੰਦਰ ਮੋਦੀ ਜੀ, ਸੀ ਤੇ ਹੈ ਜਵਾਹਰ ਲਾਲ ਨਹਿਰੂ, ਤੇ ਡੀ ਤੇ ਹੈ ਰਾਜਿੰਦਰ ਪ੍ਰਸਾਦ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਆਪਣੇ ਦੇਸ਼ ਦੇ ਕੀ ਨੇ? ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ, ਔਰ ਇਹਨਾਂ ਨੂੰ ਮਰਨ ਉਪਰੰਤ ਕੀ ਆ, ਇੱਕ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਗੇ ਜੀ ਅੱਜ ਦਾ ਆਪਣੇ ਕੋਲੇ 17 ਨੰਬਰ ਪ੍ਰਸ਼ਨ ਹੈ। ਦੇਖੋ, ਉਹੀ ਪ੍ਰਸ਼ਨ ਹੀ ਆ ਗਿਆ ਆਪਣੇ ਕੋਲੇ ਘੁੰਮ ਕੇ। 17 ਨੰਬਰ ਪ੍ਰਸ਼ਨ ਹੈ, ਮਰਨ ਤੋਂ ਬਾਅਦ ਭਾਰਤ ਰਤਨ ਨਾਲ ਸਨਮਾਨਿਤ ਭਾਰਤ ਦੇ ਵਿਅਕਤੀ ਕਿਹੜੇ ਸਨ? ਇਹ ਤੇ ਆਪਸ਼ਨ ਹੈ ਰਾਜਿੰਦਰ ਪ੍ਰਸਾਦ, ਬੀ ਤੇ ਨਰਿੰਦਰ ਮੋਦੀ, ਸੀ ਤੇ ਲਾਲਾ ਲਾਜ ਬਹਾਦਰ ਸ਼ਾਸਤਰੀ, ਡੀ ਤੇ ਮਹਾਤਮਾ ਗਾਂਧੀ। ਦੇਖੋ, ਹੁਣੇ ਗੱਲ ਕਰੀ ਨਾ ਮੈਂ ਕਿ ਇਹਨਾਂ ਨੂੰ ਮਰਨ ਉਪਰੰਤ ਜਿਹੜਾ ਸਨਮਾਨਿਤ ਕੀਤਾ ਗਿਆ ਸੀ ਭਾਰਤ ਰਤਨ ਦੇ ਨਾਲ। ਠੀਕ ਹੈ ਜੀ, ਲਾਲ ਬਹਾਦਰ ਸ਼ਾਸਤਰੀ ਜੀ ਨੂੰ। ਅੱਗੇ ਵਧਦੇ ਹਾਂ ਜੀ। ਅੱਗੇ ਆਪਣੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਅੰਗਰੇਜ਼ਾਂ ਦੇ ਪ੍ਰਧਾਨ ਕਿੱਥੇ ਹੋਈ ਬੈਠਕ ਵਿੱਚ ਚੁਣੇ ਗਏ ਸਨ? ਕਿੱਥੇ ਹੋਈ ਸੀ ਉਹ ਬੈਠਕ ਪੁੱਛੀ ਆਪਣੇ ਕੋਲੋਂ। ਤਾਂ ਇਹ ਤੇ ਆਪਸ਼ਨ ਹੈ ਬੈਲਗਾਮ, ਬੀ ਤੇ ਆਪਣੇ ਕੋਲੇ ਨਿਊ ਦਿੱਲੀ, ਸੀ ਤੇ ਮਦਰਾਸ, ਡੀ ਤੇ ਕਲਕੱਤਾ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਬੈਲਗਾਮ। ਤਾਂ ਕਦੋਂ ਚੁਣੇ ਗਏ ਸੀ? 1924 ਦੇ ਵਿੱਚ। ਇਹ ਵੀ ਚੀਜ਼ ਤੁਸੀਂ ਯਾਦ ਰੱਖ ਸਕਦੇ ਹੋ। ਵਿਦਿਆਰਥੀ ਸਾਥੀਓ, ਸਾਡੇ ਕੁੱਬਾ ਲਰਨੌਲੇਜ ਜੀ ਫ੍ਰੀ ਐਜੂਕੇਸ਼ਨਲ ਚੈਨਲ ਦਾ ਮੇਨ ਮੋਟੀਵੇਟ ਇਹੀ ਆ ਕਿ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਹੈ ਡੈਪਥ ਦੇ ਨਾਲ ਸਮਝਾਈ ਜਾਵੇ, ਤਾਂ ਕਿ MCQs ਦੇ ਨਾਲ ਜਿਹੜੀਆਂ ਤੁਹਾਡੀਆਂ ਥਿਊਰੀਜ਼ ਵੀ ਕਵਰ ਹੁੰਦੀਆਂ ਜਾਣ। ਕਿਉਂਕਿ ਆਪਣੇ ਕੋਲੇ ਸਮਾਂ ਬਹੁਤ ਘੱਟ ਹੈ, ਪੇਪਰ ਤੁਹਾਡਾ ਨਜ਼ਦੀਕ ਹੈ, ਇਸ ਕਰਕੇ ਜਿਹੜਾ ਆਪਾਂ MCQs ਦੇ ਵਿੱਚ ਜਿਹੜੀਆਂ ਥਿਊਰੀ ਵੀ ਪੂਰੀ ਕਵਰ ਕਰਵਾ ਰਹੇ ਹਾਂ। ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਣਾ। ਅੱਗੇ ਆ ਜੀ ਅੱਜ ਦਾ ਆਪਣੇ ਕੋਲੇ 19 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੇ ਨਵਜੀਵਨ ਤੇ ਯੰਗ ਇੰਡੀਆ ਹਫ਼ਤਾਵਾਰੀ ਪੱਤਰ ਕਦੋਂ ਸ਼ੁਰੂ ਕੀਤੇ ਸੀ? ਨਵਜੀਵਨ ਤੇ ਯੰਗ ਇੰਡੀਆ। ਦੇਖੋ, ਅੱਗੇ ਮੈਂ ਹਰੀਜਨ ਬੋਲ ਗਿਆ ਤਾਂ ਇੱਥੇ ਨਵਜੀਵਨ ਬੋਲਣਾ ਸੀ, ਨਵਜੀਵਨ ਤੇ ਯੰਗ ਇੰਡੀਆ। ਪਿੱਛੇ ਇੱਕ ਕੁਐਸਚਨ ਸੀ ਨਾ ਕਿ ਹਰੀਜਨ ਜਿਹੜਾ ਹਫ਼ਤਾਵਾਰੀ, ਤਾਂ ਹਫ਼ਤਾਵਾਰੀ ਨਵਜੀਵਨ ਸੀ ਤੇ ਯੰਗ ਇੰਡੀਆ ਸੀ। ਤਾਂ ਕਦੋਂ ਸ਼ੁਰੂ ਕੀਤਾ ਸੀ? ਇਹ ਤੇ ਆਪਸ਼ਨ ਹੈ 1918, ਬੀ ਤੇ 1925, ਸੀ ਤੇ 1909, ਤੇ ਡੀ ਤੇ 1915। 1918 ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਇਸ ਸਮੇਂ ਹੀ ਗਾਂਧੀ ਜੀ ਨੇ ਨਵਜੀਵਨ ਤੇ ਯੰਗ ਇੰਡੀਆ ਹਫ਼ਤਾਵਾਰੀ ਪੱਤਰਾਂ ਦੀ ਸ਼ੁਰੂਆਤ ਕਰੀ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਆਪਣੇ ਕੋਲੇ ਅੱਜ ਦਾ 20 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੇ ਸੈਕਿੰਡ RTC ਯਾਨੀ ਕਿ ਰਾਉਂਡ ਟੇਬਲ ਕਾਨਫਰੰਸ, ਗੋਲ ਮੇਜ਼ ਕਾਨਫਰੰਸ ਜਿਹਨੂੰ ਕਿਹਾ ਜਾਂਦਾ ਜਾਂ ਮੀਟਿੰਗ ਵਿੱਚ ਕਦੋਂ ਭਾਗ ਲਿਆ ਸੀ? ਤਾਂ ਇਹ ਤੇ ਆਪਸ਼ਨ ਹੈ 1935, ਬੀ ਤੇ ਆਪਣੇ ਕੋਲੇ 1931, ਸੀ ਤੇ ਹੈ 1925, ਤੇ ਡੀ ਤੇ ਹੈ 1932। ਤਾਂ ਵੇਖੋ ਵਿਦਿਆਰਥੀ ਸਾਥੀਓ, 3 ਹੋਈਆਂ ਸੀ ਟੋਟਲ ਗੋਲਮੇਜ਼ ਕਾਨਫਰੰਸਾਂ। BR ਅੰਬੇਦਕਰ ਜੀ ਇਹਨਾਂ ਦੇ ਹੁੰਦੇ ਸਨ, ਆਪਾਂ ਹੈਡ ਹੀ ਕਵਾਂਗੇ। ਔਰ ਗੱਲ ਕਰੀਏ ਕਦੋਂ ਹੋਈਆਂ, 30, 31 ਤੇ 32 ਦੇ ਵਿੱਚ।
ਠੀਕ ਹੈ ਜੀ। ਤਾਂ ਗਾਂਧੀ ਜੀ ਨੇ ਭਾਗ ਲਿਆ ਸੈਕਿੰਡ ਵਾਲੀ ਚ, ਤਾਂ ਸੈਕਿੰਡ ਕਦੋਂ ਹੋਈ ਸੀ? 1931 ਦੇ ਵਿੱਚ। ਤਾਂ 1931 ਜਿਹੜੀ ਆਪਸ਼ਨ ਸਹੀ ਹੋ ਜਾਏਗੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 21 ਨੰਬਰ ਪ੍ਰਸ਼ਨ ਹੈ, ਕਿਸ ਅੰਦੋਲਨ ਰਾਹੀਂ ਗਾਂਧੀ ਜੀ ਭਾਰਤੀ ਰਾਜਨੀਤੀ ਵਿੱਚ ਦਾਖਲ ਹੋਏ ਸਨ? ਭਾਰਤੀ ਰਾਜਨੀਤੀ ਵਿੱਚ ਦਾਖਲ ਕਦੋਂ ਹੋਏ ਸਨ? ਤਾਂ ਏ ਤੇ ਆਪਸ਼ਨ ਹੈ ਡਾਂਡੀ ਮਾਰਚ, ਬੀ ਤੇ ਸੂਰਤ ਸੈਸ਼ਨ, ਸੀ ਤੇ ਚੰਪਾਰਨ, ਡੀ ਤੇ ਅਸਹਿਯੋਗ। ਤਾਂ ਚੰਪਾਰਨ ਜਿਹੜਾ ਆਪਸ਼ਨ ਆਪਣੇ ਕੋਲੇ ਬਿਲਕੁਲ ਸਹੀ ਹੋ ਜਾਏਗੀ। ਠੀਕ ਹੈ ਜੀ। ਤਾਂ ਚੰਪਾਰਨ ਅੰਦੋਲਨ ਜਿਹੜਾ ਕਦੋਂ ਹੋਇਆ ਸੀ? 1917 ਦੇ ਵਿੱਚ। ਤਾਂ ਰਾਜਨੀਤੀ ਵਿੱਚ ਦਾਖਲ ਹੋਏ ਸਨ। ਰਾਜਨੀਤੀ ਗੁਰੂ ਦੇ ਬਾਰੇ ਵੀ ਤੁਹਾਨੂੰ ਮੈਂ ਪੜ੍ਹਾ ਚੁੱਕਿਆ। ਅੱਗੇ ਹੈ ਜੀ ਆਪਣਾ 22 ਨੰਬਰ ਪ੍ਰਸ਼ਨ ਹੈ, ਪ੍ਰਧਾਨ ਮੰਤਰੀ ਮੋਦੀ ਜੀ ਨੇ ਗਾਂਧੀ ਜੀ ਦੀ 150ਵੀਂ ਜਾਂ 150ਵੀਂ ਜਯੰਤੀ ਤੇ ਕਿੱਥੇ ਸੋਲਰ ਪਾਰਕ ਲਵਾਇਆ ਸੀ ਜਾਂ ਸਥਾਪਨਾ ਕੀਤੀ? ਸਾਰੇ ਵਿਦਿਆਰਥੀਆਂ ਦੀ ਅੱਖ ਹੋਣੀ ਹੈ ਇੱਥੇ। ਤਾਂ ਇਹ ਆਪਸ਼ਨ ਬਿਲਕੁਲ ਗਲਤ ਹੈ, ਕਿਉਂਕਿ ਇਹ ਇੰਡੀਆ 'ਚ ਤੁਸੀਂ ਕਹਿੰਦੇ ਹੋਗੇ ਕਿ ਇਸਰੋ ਦੇ ਵਿੱਚ ਲਾਇਆ ਹੋਣਾ, ਤੇ ਇਹ ਆਪਸ਼ਨ ਗਲਤ ਹੈ। ਤਾਂ ਹੁਣ ਸੋਚੋ, ਇਹਨਾਂ ਤਿੰਨਾਂ 'ਚੋਂ ਆਪਣੇ ਕੋਲੇ ਤਿੰਨ ਪਈਆਂ ਨੇ, ਤਿੰਨਾਂ 'ਚੋਂ ਹੁਣ ਕੋਈ ਲਾਓ, ਤੁੱਕਾ ਲਾਓ, ਚਾਹੇ ਸੋਚੋ। ਤੁਹਾਨੂੰ ਟਾਈਮ ਦੇ ਦੇਣਾ ਮੈਂ। ਏ ਤੇ ਆਪਸ਼ਨ ਹੈ UN, ਯੂਨਾਈਟਿਡ ਨੇਸ਼ਨ, ਬੀ ਤੇ ਹੈ WHO, ਵਰਲਡ ਹੈਲਥ ਆਰਗੇਨਾਈਜੇਸ਼ਨ, ਤੇ ਸੀ ਤੇ ਨਾਸਾ ਆਪਣੇ ਕੋਲੇ ਪਈ ਹੈ, ਸਾਇੰਸ ਏਜੰਸੀ ਹੈ ਜਿਹੜੀ ਅਮਰੀਕਾ ਦੀ। ਠੀਕ ਹੈ ਜੀ, ਸੋਚੋ ਇਹਦੇ ਵਿੱਚੋਂ। ਹਾਂਜੀ, UN ਜਿਹੜੀ ਆਪਸ਼ਨ ਹੈ ਬਿਲਕੁਲ ਸਹੀ ਹੋ ਜਾਏਗੀ। ਯੂਨਾਈਟਿਡ ਨੇਸ਼ਨ ਦੇ ਵਿੱਚ ਗਾਂਧੀ ਜੀ ਨੇ ਸੋਲਰ ਪਾਰਕ ਦੀ ਜਿਹੜੀ ਆ ਸਥਾਪਨਾ ਕੀਤੀ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 23 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਦਾ ਜਨਮ ਕਿੱਥੇ ਹੋਇਆ ਸੀ? ਜਨਮ ਪੁੱਛਿਆ ਹੈ। ਏ ਤੇ ਆ ਭੋਪਾਲ, ਬੀ ਤੇ ਪੋਰਬੰਦਰ, ਸੀ ਤੇ ਆ ਸਾਬਰਮਤੀ, ਡੀ ਤੇ ਆ ਸੂਰਤ। ਤਾਂ ਦੇਖੋ ਜੀ, ਜਿਹੜੀ ਆਪਸ਼ਨ ਆਪਣੇ ਕੋਲੇ ਬੀ ਬਿਲਕੁਲ ਸਹੀ ਹੋ ਜਾਏਗੀ, ਪੋਰਬੰਦਰ ਦੇ ਵਿੱਚ। ਕਦੋਂ ਹੋਇਆ? 20 ਅਕਤੂਬਰ 1869 ਚ। ਠੀਕ ਹੈ, ਇਹ ਚੀਜ਼ ਤੁਸੀਂ ਯਾਦ ਰੱਖ ਲਿਓ। ਔਰ ਹੁਣ ਆਪਾਂ ਗੱਲ ਕਰ ਲਈਏ ਬਾਕੀ ਦੀਆਂ ਆਪਸ਼ਨਾਂ ਦੀ। ਭੋਪਾਲ ਤੋਂ ਯਾਦ ਰੱਖ ਲਿਓ, ਇੱਥੇ 1984 ਚ ਨਾ ਗੈਸ ਲੀਕ ਹੋ ਗਈ ਸੀ, ਜਿਹਦੇ ਕਰਕੇ ਕਈ ਲੋਕ ਜਿਹੜੇ ਨੇ ਮਰ ਗਏ ਸਨ। ਤਾਂ এনवायरमेंट ਉੱਥੋਂ ਦਾ ਬਹੁਤ ਜਿਹੜਾ ਪੋਲਿਊਟਡ ਹੋ ਗਿਆ ਸੀ। ਇਹ ਕਿਹੜੀ ਕੰਪਨੀ ਦੀ ਗੈਸ ਲੀਕ ਹੋਈ ਸੀ? ਤਾਂ ਉਹ ਸੀਗੀ ਜੀ ਯੂਨੀਅਰ ਕਾਰਬਾਈਡ ਕੰਪਨੀ, ਜੇ ਪੁੱਛ ਲੈਣ ਤਾਂ ਇਹ ਭੋਪਾਲ ਦੀ ਹਿਸਟਰੀ ਇਹਦੇ ਨਾਲ ਜੁੜੀ ਹੋਈ ਹੈ। ਸਾਬਰਮਤੀ ਦੀ ਗੱਲ ਕਰੀਏ ਤਾਂ ਗਾਂਧੀ ਜੀ ਨੇ ਇੱਥੇ ਆਸ਼ਰਮ ਬਣਵਾਇਆ ਸੀ, ਸਾਬਰਮਤੀ ਆਸ਼ਰਮ 1916 ਦੇ ਵਿੱਚ। ਔਰ ਸੂਰਤ ਸੈਸ਼ਨ ਦੀ ਗੱਲ ਕਰੀਏ, ਸੂਰਤ ਦੀ ਜੇਕਰ ਗੱਲ ਕਰੀਏ 1907 ਚ ਕਾਂਗਰਸ ਦੀ ਜਿਹੜੀ ਵੰਡ ਹੋ ਗਈ ਸੀ, ਉਗਰਵਾਦ ਦਲ ਤੇ ਉਦਾਰਵਾਦੀ ਦਲ ਜਿਹੜਾ ਲਾਲ ਬਾਲ ਪਾਲ ਜਿਹੜੇ ਨੇ ਅਲੱਗ ਹੋ ਗਏ ਸਨ। ਠੀਕ ਹੈ, ਇਹ ਉਗਰਵਾਦ ਦਲ ਦੇ ਨੇਤਾ ਸਨ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 24 ਨੰਬਰ ਪ੍ਰਸ਼ਨ ਹੈ, ਸਾਬਰਮਤੀ ਆਸ਼ਰਮ ਦੀ ਸਥਾਪਨਾ ਕਦੋਂ ਹੋਈ ਸੀ? ਸਾਬਰਮਤੀ ਆਸ਼ਰਮ ਪੁੱਛਿਆ ਜੀ ਆਪਣੇ ਕੋਲੋਂ। ਤਾਂ ਏ ਤੇ ਆਪਸ਼ਨ ਹੈ 1910, ਬੀ ਤੇ 1919, ਸੀ ਤੇ 1916 ਤੇ ਡੀ ਤੇ 1920। 1916 ਜਿਹੜੀ ਆਪਸ਼ਨ ਬਿਲਕੁਲ ਸਹੀ ਹੈ, ਜਿਹੜੀ ਹੋ ਜਾਏਗੀ। ਸਾਬਰਮਤੀ ਆਸ਼ਰਮ ਦੀ ਸਥਾਪਨਾ ਕੀਤੀ ਗਈ ਸੀ 1916 ਦੇ ਵਿੱਚ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਜਿਹੜਾ ਉਹ ਕਿੱਥੇ ਹੋਇਆ ਸੀ? ਤਾਂ ਜਨਮ ਕਦੋਂ ਹੋਇਆ ਸੀ? ਏ ਤੇ ਆਪਸ਼ਨ ਹੈ 2 ਅਕਤੂਬਰ 1904, ਬੀ ਤੇ ਹੈ 2 ਅਕਤੂਬਰ 1969, ਤੇ ਸੀ ਤੇ ਹੈ 2 ਅਕਤੂਬਰ 1909, ਤੇ ਡੀ ਤੇ 2 ਅਕਤੂਬਰ 1908। ਤਾਂ ਇਹ ਆਪਸ਼ਨ ਜਿਹੜੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਲਈ ਸਹੀ ਹੋ ਜਾਏਗੀ। ਔਰ ਗਾਂਧੀ ਜੀ ਦਾ ਜਨਮ ਪੁੱਛਿਆ ਹੁੰਦਾ ਤਾਂ ਬੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਣੀ ਸੀ। ਠੀਕ ਹੈ ਜੀ, 2 ਅਕਤੂਬਰ 1869। ਅੱਗੇ ਹੈ ਜੀ ਅੱਜ ਦਾ 26 ਨੰਬਰ ਪ੍ਰਸ਼ਨ ਹੈ, ਗਾਂਧੀ ਅਰਵਿੰਦ ਸਮਝੌਤਾ ਜਿਹੜਾ ਕਦੋਂ ਹੋਇਆ ਸੀ? ਤਾਂ ਏ ਤੇ ਆਪਸ਼ਨ ਹੈ 1930, ਬੀ ਤੇ 1932, ਸੀ ਤੇ 1931, ਤੇ ਡੀ ਤੇ 1934। ਤਾਂ 1931 ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਤਾਂ ਇਸ ਸਮੇਂ ਮੰਨਿਆ ਜਾਂਦਾ ਕਿ ਗਾਂਧੀ ਜੀ ਉੱਥੋਂ ਜਿਹੜੇ ਨਾਰਾਜ਼ ਹੋ ਕੇ ਵੀ ਆ ਗਏ ਸਨ। ਅੱਗੇ ਹੈ ਜੀ, ਗਾਂਧੀ ਜੀ ਨੂੰ ਅੱਧ ਨੰਗਾ ਫਕੀਰ ਕਿਸ ਨੇ ਕਿਹਾ ਸੀ? ਦੇਖੋ, ਗਾਂਧੀ ਜੀ ਅੱਧ ਨੰਗਾ ਫਕੀਰ ਉਸ ਸਮੇਂ ਇਹਨਾਂ ਨੂੰ ਕਿਹਾ ਗਿਆ ਜਦੋਂ ਇਹ ਨਾਰਾਜ਼ ਹੋ ਕੇ ਜਿਹੜੇ ਨੇ ਕਾਨਫਰੰਸ ਦੇ ਵਿੱਚੋਂ ਉੱਠ ਕੇ ਆ ਗਏ ਸਨ। ਠੀਕ ਹੈ ਜੀ, ਰਾਉਂਡ ਟੇਬਲ ਕਾਨਫਰੰਸ ਜਿਹੜੀ ਆ ਚੱਲ ਰਹੀ ਸੀ ਕਿੱਥੇ? ਲੰਡਨ ਦੇ ਵਿੱਚ। ਠੀਕ ਹੈ ਜੀ, ਤਾਂ 1931 ਦੇ ਵਿੱਚ ਹੀ ਇਹਨਾਂ ਨੂੰ ਕਿਹਾ ਗਿਆ ਸੀ। ਕਿਹੜੇ ਵਿਅਕਤੀ ਦੇ ਦੁਆਰਾ ਕਿਹਾ ਗਿਆ ਉਹ ਦੇਖੋ ਆਪਣੇ ਕੋਲੋਂ। ਏ ਤੇ ਆਪਸ਼ਨ ਹੈ ਐਨੀ ਬੋਸੈਂਟ ਜਾਂ ਬੇਸੈਂਟ, ਬੀ ਤੇ ਹੈ ਵਿੰਸਟਨ ਚਰਚਿਲ, ਸੀ ਤੇ ਹੈ ਸੁਭਾਸ਼ ਚੰਦਰ ਬੋਸ, ਤੇ ਡੀ ਤੇ ਬੀਜੀ ਤਿਲਕ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਵਿੰਸਟਨ ਚਰਚਿਲ ਜਿਹੜਾ ਇਹਨਾਂ ਦੇ ਦੁਆਰਾ ਕਿਹਾ ਗਿਆ ਸੀ ਗਾਂਧੀ ਜੀ ਨੂੰ ਅੱਧ ਨੰਗਾ ਫਕੀਰ। ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ? ਦੇਖੋ, ਪ੍ਰਧਾਨ ਮੰਤਰੀ ਪੁੱਛਿਆ ਆਪਣੇ ਕੋਲੋਂ ਤਾਂ ਏ ਤੇ ਆਪਸ਼ਨ ਹੈ ਸੀ ਗੋਪਾਲਾਚਾਰੀ, ਬੀ ਤੇ ਹੈ ਜਵਾਹਰ ਲਾਲ ਨਹਿਰੂ, ਸੀ ਤੇ ਹੈ ਮਹਾਤਮਾ ਗਾਂਧੀ, ਡੀ ਤੇ ਰਾਜਿੰਦਰ ਪ੍ਰਸਾਦ।
ਤਾਂ ਜਵਾਹਰ ਲਾਲ ਨਹਿਰੂ ਬਿਲਕੁਲ ਸਹੀ ਹੋ ਜਾਏਗੀ ਆਪਸ਼ਨ ਜੀ। ਜਵਾਹਰ ਲਾਲ ਨਹਿਰੂ ਹੀ ਪ੍ਰਧਾਨ ਮੰਤਰੀ ਸਨ ਆਜ਼ਾਦ ਭਾਰਤ ਦੇ ਪਹਿਲੇ। ਜੇਕਰ ਗਵਰਨਰ ਜਨਰਲ ਪੁੱਛ ਲੈਣ ਤਾਂ ਕੌਣ ਸਨ? ਸੀ ਗੋਪਾਲਾਚਾਰੀ। ਔਰ ਜੇਕਰ ਆਪਣੇ ਕੋਲੋਂ ਰਾਸ਼ਟਰਪਤੀ ਪੁੱਛਣ ਤਾਂ ਕੌਣ ਸਨ? ਡਾਕਟਰ ਰਜਿੰਦਰ ਪ੍ਰਸਾਦ। ਤਾਂ ਜੇਕਰ ਗੱਲ ਕਰੀਏ ਕਦੋਂ ਇਹਨਾਂ ਦੇ ਸਾਈਨ ਹੋ ਗਏ ਸਨ ਤਾਂ ਇਹਨਾਂ ਦੇ 24 ਜਨਵਰੀ 1950 ਯਾਨੀ ਕਿ 2 ਦਿਨ ਪਹਿਲਾਂ ਸੰਵਿਧਾਨ ਦੇ ਲਾਗੂ ਹੋਣ ਤੋਂ 2 ਦਿਨ ਪਹਿਲਾਂ ਜਿਹੜੇ ਨੇ ਇਹਨਾਂ ਦੇ ਸਾਈਨ ਹੋ ਕੇ ਇਹਨਾਂ ਨੂੰ ਕੀ ਹੈ ਰਾਸ਼ਟਰਪਤੀ ਬਣਾ ਦਿੱਤਾ ਗਿਆ ਸੀਗਾ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 2 ਨੰਬਰ ਪ੍ਰਸ਼ਨ ਹੈ। ਨਵੰਬਰ 1921 ਵਿੱਚ ਭਾਰੀ ਇਕੱਠ ਨੇ ਸਵਾਗਤ ਕੀਤਾ, ਕਿਸ ਦਾ ਕੀਤਾ ਸੀਗਾ? ਇਹ ਤੇ ਆਪਸ਼ਨ ਹੈ ਕੈਬਨਿਟ ਮਿਸ਼ਨ, ਬੀ ਤੇ ਹੈ ਕਿੰਗ ਜਾਰਜ 5ਵੇਂ ਦਾ, ਸੀ ਤੇ ਹੈ ਸਾਈਮਨ ਕਮਿਸ਼ਨ ਦਾ, ਡੀ ਤੇ ਹੈ ਵੈਲਜ਼ ਦੀ ਰਾਜਕੁਮਾਰੀ ਦਾ। ਤਾਂ ਡੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਵੈਲਜ਼ ਦੀ ਰਾਜਕੁਮਾਰੀ ਦਾ ਜਿਹੜਾ ਭਾਰੀ ਇਕੱਠ ਨੇ ਸਵਾਗਤ ਕੀਤਾ ਸੀ, ਕਦੋਂ ਕੀਤਾ ਸੀ? ਨਵੰਬਰ 1921 ਦੇ ਵਿੱਚ। ਇਹ ਚੀਜ਼ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲਦੀ ਹੈ। ਅੱਗੇ ਜੀ ਸਾਡੇ ਕੋਲੇ ਅੱਜ ਦਾ 3 ਨੰਬਰ ਪ੍ਰਸ਼ਨ ਹੈ। ਭਗਤ ਸਿੰਘ ਨੇ ਅਤੇ ਬੀ ਕੇ ਦੱਤ ਯਾਨੀ ਕਿ ਬਟੁਕੇਸ਼ਵਰ ਦੱਤ ਨੇ ਕੇਂਦਰੀ ਵਿਧਾਨ ਸਭਾ ਵਿੱਚ ਇੱਕ ਬੰਬ ਸੁੱਟਿਆ ਸੀ। ਉਹ ਬੰਬ ਕਿਉਂ ਸੁੱਟਿਆ ਸੀ? ਏ ਤੇ ਆਪਸ਼ਨ ਹੈ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ, ਬੀ ਤੇ ਆਪਣੇ ਕੋਲੇ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਨੂੰ ਮਾਰਨ ਲਈ, ਸੀ ਤੇ ਇੱਥੇ ਆਣਾ ਸੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਮਾਰਨ ਲਈ, ਔਰ ਡੀ ਤੇ ਆਪਣੇ ਕੋਲੇ ਪਬਲਿਕ ਸੇਫਟੀ ਬਿੱਲ ਦੀ ਮਨਜ਼ੂਰੀ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ। ਤਾਂ ਡੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਪਬਲਿਕ ਸੇਫਟੀ ਬਿੱਲ ਜਿਹੜਾ ਉੱਥੇ ਮਨਜ਼ੂਰ ਹੋ ਰਿਹਾ ਸੀ ਤਾਂ ਉਸ ਦੇ ਵਿਰੁੱਧ ਕੀ ਆਪਣਾ ਰੋਸ ਪ੍ਰਗਟ ਕਰਨ ਦੀ ਯਾਨੀ ਕਿ ਰੋਸ ਜਾਂ ਇਜ਼ਹਾਰ ਕਰਨ ਦੇ ਵਾਸਤੇ ਭਗਤ ਸਿੰਘ ਤੇ ਬੀ ਕੇ ਦੱਤ ਨੇ ਉੱਥੇ ਕੀ ਹੈ ਬੰਬ ਜਿਹੜਾ ਸੁੱਟਿਆ ਸੀ। ਕਿੱਥੇ ਸੁੱਟਿਆ ਸੀ? ਕੇਂਦਰੀ ਵਿਧਾਨ ਸਭਾ ਦੇ ਵਿੱਚ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 4 ਨੰਬਰ ਪ੍ਰਸ਼ਨ ਹੈ। ਹੋਮ ਰੂਲ ਲੀਗ ਦੀ ਸਥਾਪਨਾ ਕਿਸ ਨੇ ਕੀਤੀ ਸੀ? ਹੋਮ ਰੂਲ ਲੀਗ ਪੁੱਛਿਆ ਤਾਂ ਏ ਤੇ ਆਪਸ਼ਨ ਹੈ ਮਹਾਤਮਾ ਗਾਂਧੀ ਜੀ ਨੇ, ਬੀ ਤੇ ਐਨੀ ਬੇਸੈਂਟ, ਸੀ ਤੇ ਭਗਤ ਸਿੰਘ ਨੇ, ਡੀ ਤੇ ਲਾਲਾ ਲਾਜਪਤ ਰਾਏ ਜੀ। ਦੇਖੋ ਜੇਕਰ ਤਾਂ ਇੱਥੇ ਤਿਲਕ ਜੀ ਆਪਸ਼ਨ ਹੁੰਦੀ ਤਾਂ ਉਹ ਵੀ ਜਿਹੜੀ ਹੈ ਸਹੀ ਹੋ ਜਾਏਗੀ। ਇਹ 2 ਜਣੇ ਸੀਗੇ ਸ਼ੁਰੂਆਤ ਕਰਨ ਵਾਲੇ। ਭਾਰਤ ਦੀ ਗੱਲ ਕਰੀਏ ਤਾਂ ਤਿਲਕ ਜੀ, ਔਰ ਜੇਕਰ ਗੱਲ ਕਰੀਏ ਫੋਰਨ ਦੇ ਜਾਂ ਫਿਰ ਫੀਮੇਲ ਦੀ ਗੱਲ ਕਰ ਲਈਏ ਤਾਂ ਉਹ ਕੌਣ ਸਨ? ਐਨੀ ਬੇਸੈਂਟ। ਤਾਂ ਕਿੱਥੇ ਕਿੱਥੇ ਕੀਤੀ ਸੀਗੀ ਇਹ ਵੀ ਦੱਸ ਦਿੰਨੇ ਆ ਜੀ। ਜਿਹੜੇ ਤਿਲਕ ਸੀਗੇ ਬਾਲ ਗੰਗਾਧਰ ਤਿਲਕ, ਇਹਨਾਂ ਨੇ ਪੁਣੇ ਚ ਕੀਤੀ ਸੀ, ਠੀਕ ਹੈ ਜੀ। ਔਰ ਜਿਹੜੇ ਐਨੀ ਬੇਸੈਂਟ ਸੀਗੇ ਇਹਨਾਂ ਨੇ ਕਿੱਥੇ ਕੀਤੀ ਸੀ? ਮਦਰਾਸ। ਔਰ ਐਨੀ ਬੇਸੈਂਟ ਤੋਂ ਹੀ ਤੁਸੀਂ ਇੱਕ ਗੱਲ ਹੋਰ ਯਾਦ ਰੱਖਣਾ ਹੈ ਕਿ 1917 ਦੇ ਵਿੱਚ ਇਹ ਕੀ ਸੀਗੇ? ਕਾਂਗਰਸ ਦੇ ਪ੍ਰਧਾਨ ਬਣੇ ਸੀ, ਠੀਕ ਹੈ। ਫੀਮੇਲ ਸੀਗੀ ਕਾਂਗਰਸ ਦੀ ਓਵਰਆਲ ਪ੍ਰਧਾਨ ਬਣੀ ਸੀਗੀ। ਇਹ ਸੀਗੀ ਫੋਰਨ ਦੀ। ਜੇਕਰ ਇੰਡੀਆ ਦੀ ਪੁੱਛ ਲੈਣ ਤਾਂ ਉਹ ਕੌਣ ਸੀਗੀ? ਸਰੋਜਨੀ ਨਾਇਡੂ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ। 1857 ਈਸਵੀ ਦਾ ਵਿਦਰੋਹ ਸੀ। ਏ ਤੇ ਆਪਸ਼ਨ ਹੈ ਆਜ਼ਾਦੀ ਦੀ ਪਹਿਲੀ ਲੜਾਈ, ਬੀ ਤੇ ਹੈ ਰਾਜਿਆਂ ਅਤੇ ਜ਼ਮੀਂਦਾਰਾਂ ਵੱਲੋਂ ਇੱਕ ਵਿਦਰੋਹ, ਸੀ ਤੇ ਹੈ ਇੱਕ ਮੁਸਲਿਮ ਸਾਜ਼ਿਸ਼, ਤੇ ਡੀ ਤੇ ਹੈ ਇੱਕ ਸੈਨਿਕ ਬਗਾਵਤ। ਤਾਂ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਆਜ਼ਾਦੀ ਦੀ ਜਿਹੜੀ ਹੈ ਪਹਿਲੀ ਲੜਾਈ ਸੀ। ਦੇਸ਼ ਆਜ਼ਾਦ ਹੋ ਜਾਣਾ ਸੀ ਪਰ ਅਮੀਰ ਲੋਕਾਂ ਨੇ ਨਹੀਂ ਸਾਥ ਦਿੱਤਾ ਸੀਗਾ। ਔਰ ਦੂਜਾ ਨੰਬਰ ਇਸ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ, ਮਿੱਥੇ ਸਮੇਂ ਤੋਂ। ਔਰ ਹੋਰ ਗੱਲ ਕਰ ਲਈਏ ਤਾਂ ਕੀ ਸੀਗਾ? ਪੈਸੇ ਦੀ ਵੀ ਘਾਟ ਰਹਿ ਗਈ ਸੀਗੀ, ਠੀਕ ਹੈ ਜੀ। ਮਤਲਬ ਕਿ ਜਿਹੜੇ ਗਰੀਬ ਲੋਕ ਸੀ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਭਾਗ ਲੈਣ ਵਾਲੇ ਅਮੀਰ ਲੋਕ ਤੇ ਪੜ੍ਹੇ ਲਿਖੇ ਲੋਕਾਂ ਨੇ ਜਿਹੜਾ ਭਾਗ ਘੱਟ ਲਿਆ ਸੀਗਾ। ਨਹੀਂ ਤਾਂ ਆਪਣਾ ਦੇਸ਼ ਜਿਹੜਾ 1857 ਈਸਵੀ ਦੇ ਵਿੱਚ ਹੀ ਆਜ਼ਾਦ ਜਿਹੜਾ ਹੋ ਜਾਣਾ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 6 ਨੰਬਰ ਪ੍ਰਸ਼ਨ ਹੈ। ਮਾਰਚ 1930 ਵਿੱਚ ਗਾਂਧੀ ਜੀ ਨੇ ਸਿਵਲ ਨਾਫਰਮਾਨੀ ਅੰਦੋਲਨ ਡੈਸ਼ ਨਾਲ ਸ਼ੁਰੂ ਕੀਤਾ। ਕਿਸ ਨਾਲ ਸ਼ੁਰੂ ਕੀਤਾ ਸੀ? ਜਾਂ ਕਿਹੜੇ ਨਾਰੇ ਨਾਲ, ਜਾਂ ਕਿਹੜੇ ਸੱਤਿਆਗ੍ਰਹਿ ਦੇ ਨਾਲ? ਤਾਂ ਉਹ ਦੇਖਦੇ ਹਾਂ ਜੀ ਆਪਾਂ। ਏ ਤੇ ਆਪਸ਼ਨ ਹੈ ਕਰੋ ਜਾਂ ਮਰੋ ਦੇ ਨਾਰੇ ਦੇ ਨਾਲ, ਬੀ ਤੇ ਹੈ ਅਹਿਮਦਾਬਾਦ ਹੜਤਾਲ ਦੇ ਨਾਲ, ਸੀ ਤੇ ਡਾਂਡੀ ਮਾਰਚ ਨਾਲ, ਤੇ ਡੀ ਤੇ ਬਰਦੋਲੀ ਸੱਤਿਆਗ੍ਰਹਿ ਦੇ ਨਾਲ। 1930 ਦੇ ਵਿੱਚ ਸਾਰਿਆਂ ਨੂੰ ਪਤਾ ਹੈ ਸਿਵਲ ਡਿਸਓਬੀਡੈਂਟ ਮੂਵਮੈਂਟ ਜਿਹੜੀ ਹੈ ਸ਼ੁਰੂ ਹੋਈ ਸੀ, ਠੀਕ ਹੈ ਜੀ। ਸਿਵਲ ਨਾਫਰਮਾਨੀ ਔਰ ਕਿਹਦੇ ਨਾਂ ਨਾਲ ਜਾਣਿਆ ਜਾਂਦਾ? ਡਾਂਡੀ ਮਾਰਚ ਦੇ, ਠੀਕ ਹੈ। ਕਾਨੂੰਨ ਆਪਾਂ ਕਵਾਂਗੇ ਨਮਕ ਕਾਨੂੰਨ ਜਿਹੜਾ ਭੰਗ ਕੀਤਾ ਸੀ ਗਾਂਧੀ ਜੀ ਨੇ, ਠੀਕ ਹੈ ਜੀ। ਤਾਂ ਇਹ ਚੀਜ਼ ਜਿਹੜੀ ਹੈ ਸਾਨੂੰ ਇੱਥੋਂ ਦੇਖਣ ਨੂੰ ਮਿਲਦੀ ਹੈ। ਹੁਣ ਜੇਕਰ ਗੱਲ ਕਰੀਏ ਸ਼ੁਰੂ ਕਦੋਂ ਹੋਇਆ ਸੀ, ਨੈਟ ਡੇਟ ਕੀ ਸੀਗੀ? 12 ਮਾਰਚ 1930 ਦੇ ਵਿੱਚ। ਔਰ ਇਹ ਖਤਮ ਕਦੋਂ ਹੋ ਗਿਆ ਸੀ? ਤਾਂ ਇਹ ਹੋ ਗਿਆ ਸੀਗਾ 6 ਅਪ੍ਰੈਲ 'ਚ, ਠੀਕ ਹੈ। 6 ਅਪ੍ਰੈਲ 1930 ਦੇ ਵਿੱਚ ਕੀ ਆ ਇਸ ਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਸੀ। ਅੱਗੇ ਵਧਦੇ ਹਾਂ ਜੀ ਆਪਾਂ। ਅੱਗੇ ਸਾਡੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ। ਇਹਨਾਂ ਨੇਤਾਵਾਂ ਵਿੱਚੋਂ ਕਿਹੜਾ ਲੋਕ ਮਾਨਿਆ ਵਜੋਂ ਜਾਣਿਆ ਜਾਂਦਾ? ਲੋਕ ਮਾਨਿਆ ਕਿਹਨੂੰ ਕਿਹਾ ਜਾਂਦਾ ਜੀ?
ਤਾਂ ए ਤੇ ਆਪਸ਼ਨ ਹੈ ਗੋਪਾਲ ਕ੍ਰਿਸ਼ਨ ਗੋਖਲੇ, ਬੀ ਤੇ ਹੈ ਮਦਨ ਮੋਹਨ ਮਾਲਵੀਆ, ਸੀ ਤੇ ਆਪਣੇ ਕੋਲੇ ਬਾਲ ਗੰਗਾਧਰ ਤਿਲਕ ਤੇ ਡੀ ਤੇ ਹੈ ਲਾਲਾ ਲਾਜਪਤ ਰਾਏ। ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਲੋਕਮਾਨਿਆ ਜਿਹੜਾ ਬਾਲ ਗੰਗਾਧਰ ਤਿਲਕ ਜੀ ਨੂੰ ਕਿਹਾ ਜਾਂਦਾ। ਔਰ ਜੇਕਰ ਗੱਲ ਕਰੀਏ ਸ਼ੇਰੇ ਪੰਜਾਬ ਤੇ ਪੰਜਾਬ ਕੇਸਰੀ, ਠੀਕ ਹੈ, ਪੰਜਾਬ ਕੇਸਰੀ, ਤਾਂ ਉਹ ਕਿਹਨਾਂ ਨੂੰ ਕਿਹਾ ਜਾਂਦਾ? ਲਾਲਾ ਲਾਜਪਤ ਰਾਏ ਜੀ ਨੂੰ। ਠੀਕ ਹੈ, ਇਹ ਚੀਜ਼ਾਂ ਤੁਸੀਂ ਇੱਥੋਂ ਵੀ ਯਾਦ ਰੱਖਣੀਆਂ। ਦੇਖੋ ਕੁੱਬਾ ਲਰਨੌਲ ਜੀ ਫ੍ਰੀ ਐਜੂਕੇਸ਼ਨਲ ਚੈਨਲ ਦਾ ਮੇਨ ਮੋਟੀਵੇਟ ਇਹੀ ਹੈ ਤਾਂ ਕਿ ਤੁਹਾਨੂੰ ਕੀ ਹੈ, ਇੱਕ ਚੀਜ਼ ਜਿਹੜੀ ਡੈਪਥ ਦੇ ਨਾਲ ਸਮਝਾਉਣੀ ਹੈ। ਠੀਕ ਹੈ, ਇੱਕ ਕੁਐਸਚਨ ਦੇ ਵਿੱਚੋਂ ਆਪਾਂ 2-2 3-3 ਫੈਕਟ ਕਲੀਅਰ ਕਰ ਰਹੇ ਹਾਂ ਤਾਂ ਕਿ ਪੇਪਰ ਦੇ ਵਿੱਚ ਕਿਤੋਂ ਵੀ ਪ੍ਰਸ਼ਨ ਆਉਂਦਾ ਤਾਂ ਤੁਸੀਂ ਜਵਾਬ ਦੇਣ ਜੋਗੇ ਹੋਵੋ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 8 ਨੰਬਰ ਪ੍ਰਸ਼ਨ ਹੈ। 1907 ਈਸਵੀ ਵਿੱਚ ਲੰਡਨ ਵਿੱਚ ਇੱਕ ਜਨ ਸਭਾ ਦੇ ਦੌਰਾਨ ਸਰ ਕਰਜ਼ਨ ਦਾ ਬੇਖੌਫ ਕਤਲ ਕਿਸ ਨੇ ਕੀਤਾ ਸੀ? ਕਿੰਨੇ ਕਤਲ ਕੀਤਾ ਸੀ ਜੀ ਬੇਖੌਫ ਹੋ ਕੇ ਕਤਲ? ਤਾਂ ਏ ਤੇ ਆਪਸ਼ਨ ਹੈ ਐਸ.ਸੀ. ਚੈਟਰਜੀ, ਬੀ ਤੇ ਅਜੀਤ ਸਿੰਘ, ਸੀ ਤੇ ਹੈ ਮਦਨ ਲਾਲ ਢੀਂਗਰਾ, ਡੀ ਤੇ ਆਪਣੇ ਕੋਲੇ ਬੀ.ਐਨ. ਦੱਤਾ ਜੀ। ਤਾਂ ਜਿਹੜੀ ਆਪਣੀ ਸੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਮਦਨ ਲਾਲ ਢੀਂਗਰਾ ਜੀ ਨੂੰ ਬਾਅਦ ਦੇ ਵਿੱਚ 1908 ਦੇ ਵਿੱਚ ਕੀ ਕੀਤਾ ਜਾਂਦਾ? ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ। 26 ਜਨਵਰੀ 1950 ਨੂੰ ਡਾਕਟਰ ਰਜਿੰਦਰ ਪ੍ਰਸਾਦ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਅਹੁਦਾ ਕਿਸ ਤੋਂ ਗ੍ਰਹਿਣ ਕੀਤਾ ਸੀ? ਤਾਂ ਅਹੁਦਾ ਕਿਹਦੇ ਤੋਂ ਗ੍ਰਹਿਣ ਕਰਨਗੇ? ਜਾਂ ਵਾਇਸਰਾਏ ਹੋਏਗਾ ਜਾਂ ਗਵਰਨਰ ਜਨਰਲ ਹੋਊਗਾ। ਤੇ ਉਦੋਂ ਕੌਣ ਸੀ ਤਾਂ ਆਪਾਂ ਨੂੰ ਪਤਾ ਹੀ ਹੈ, ਆਪਣੇ ਕੋਲੇ ਸਾਹਮਣੇ ਡਿਸਪਲੇ ਤੇ ਮੌਜੂਦ ਹੈ। ਦੇਖੋ ਕਿਹੜੀ ਆਪਸ਼ਨ ਸਹੀ ਹੋਏਗੀ। ਏ ਤੇ ਹੈ ਸੀ ਗੋਪਾਲਾਚਾਰੀ ਤੋਂ, ਬੀ ਤੇ ਆਪਣੇ ਕੋਲੇ ਐਸ ਸ਼੍ਰੀਨਿਵਾਸ ਅਇੰਗਰ ਤੋਂ, ਸੀ ਤੇ ਹੈ ਲਾਰਡ ਮਾਊਂਟ ਬੈਟਨ ਤੋਂ, ਡੀ ਤੇ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ ਸੀ ਗੋਪਾਲਾਚਾਰੀ ਤੋਂ, ਜਿਹੜਾ ਇਹਨਾਂ ਨੇ ਰਾਸ਼ਟਰਪਤੀ ਦਾ ਅਹੁਦਾ ਗ੍ਰਹਿਣ ਕੀਤਾ ਸੀਗਾ। ਅੱਗੇ ਆਪਣੇ ਕੋਲੇ ਇਹ ਪ੍ਰਸ਼ਨ ਪਹਿਲਾਂ ਵੀ ਆਪਾਂ 2-3 ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ। ਮੋਸਟ ਇੰਪੋਰਟੈਂਟ ਹੈ, 2-3 ਵਾਰੀ ਪੁੱਛਿਆ ਗਿਆ ਤਾਂ ਕਰਕੇ ਵਾਰ-ਵਾਰ ਜਿਹੜਾ ਰਿਪੀਟ ਹੋਇਆ। ਆਪਣੇ ਕੋਲੇ ਵੀ MCQ ਦੇ ਵਿੱਚ ਮੋਹਨਦਾਸ ਕੇ ਯਾਨੀ ਕਿ ਮਹਾਤਮਾ ਗਾਂਧੀ ਜੀ ਦੀ ਹੱਤਿਆ 30 ਜਨਵਰੀ ਸਨ ਡੈਸ਼ ਚ ਹੋਈ ਸੀ। ਕਿਹੜੇ ਸਨ ਚ ਹੋਈ ਸੀ ਜੀ? 1948 ਦੇ ਵਿੱਚ ਦਿੱਲੀ ਵਿਖੇ ਹੋਈ 30 ਜਨਵਰੀ ਨੂੰ। ਤਾਂ ਉਦੋਂ ਕੀ ਮਨਾਇਆ ਜਾਂਦਾ? ਇਹਨਾਂ ਦੀ ਯਾਦ ਦੇ ਵਿੱਚ ਕੀ ਮਨਾਇਆ ਜਾਂਦਾ? ਸ਼ਹੀਦ ਦਿਵਸ ਮਨਾਇਆ ਜਾਂਦਾ। ਠੀਕ ਹੈ, ਸ਼ਹੀਦ ਦਿਵਸ ਮਨਾਇਆ ਜਾਂਦਾ। ਕਿੱਥੇ ਮਨਾਇਆ ਜਾਂਦਾ ਜਾਂ ਇਹਨਾਂ ਦੀ ਸਮਾਧੀ ਕਿੱਥੇ ਹੈਗੀ ਆ? ਤਾਂ ਰਾਜਘਾਟ ਦਿੱਲੀ ਚ। ਠੀਕ ਹੈ, ਇਹ ਚੀਜ਼ ਵੀ ਤੁਸੀਂ ਯਾਦ ਚ ਰੱਖਣੀ ਹੈ, ਪੇਪਰ ਚ ਕੁਝ ਵੀ ਪੁੱਛ ਸਕਦੇ ਆਪਣੇ ਕੋਲੋਂ। ਅੱਗੇ ਜੀ ਸਾਡੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ। ਸਨ 1927 ਵਿੱਚ ਮਦਰਾਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਸਾਈਮਨ ਕਮਿਸ਼ਨ ਦਾ ਹਰ ਹਾਲਤ ਵਿੱਚ ਬਾਈਕਾਟ ਕਰਨ ਦਾ ਫੈਸਲਾ ਲਿਆ ਸੀਗਾ। ਦੇਖੋ ਸਾਈਮਨ ਕਮਿਸ਼ਨ ਦਾ ਆਪਾਂ ਦੇਖ ਲਈਏ। ਸਾਈਮਨ ਕਮਿਸ਼ਨ ਨੇ ਭਾਰਤ ਆਉਣਾ ਸੀ 1928 ਚ। ਤਾਂ 27 ਚ ਕੀ ਆ? ਮਦਰਾਸ ਦੇ ਵਿੱਚ ਇੱਕ ਕਾਂਗਰਸ ਦੀ ਸਭਾ ਹੁੰਦੀ ਹੈ ਜਾਂ ਫਿਰ ਇੱਕ ਆਪਾਂ ਕਵਾਂਗੇ ਬੈਠਕ ਹੁੰਦੀ ਹੈ। ਤਾਂ ਉਹਦੇ ਵਿੱਚ ਬਾਈਕਾਟ ਕਰਨ ਦਾ ਫੈਸਲਾ ਲਿਆ ਜਾਂਦਾ ਕਿ ਸਾਈਮਨ ਕਮਿਸ਼ਨ ਨੂੰ ਬਾਈਕਾਟ ਇਸ ਦਾ ਕੀਤਾ ਜਾਊਗਾ ਕਿਉਂਕਿ ਇਹਦੇ ਵਿੱਚ 7 ਅੰਗਰੇਜ਼ ਹੀ ਸੀ। ਠੀਕ ਹੈ, ਇਸ ਨੂੰ ਵਾਈਟਿਸ਼ ਮਿਸ਼ਨ ਵੀ ਕਿਹਾ ਜਾਂਦਾ। ਤਾਂ ਇਸ ਇਜਲਾਸ ਦੀ ਪ੍ਰਧਾਨਗੀ ਕਿਹਨੇ ਕੀਤੀ ਸੀ? ਜਦੋਂ ਬਾਈਕਾਟ ਦੀ ਗੱਲ ਚੱਲ ਰਹੀ ਸੀ ਤਾਂ ਉਦੋਂ ਜਿਹੜੀ ਹੈ ਸਭਾ ਬੁਲਾਈ ਜਾਂ ਫਿਰ ਇੱਕ ਕਮੇਟੀ ਜਾਂ ਫਿਰ ਇੱਕ ਆਪਾਂ ਕਵਾਂਗੇ ਕਾਨਫਰੰਸ ਕੀਤੀ ਗਈ। ਤਾਂ ਉੱਥੇ ਉਸ ਇਜਲਾਸ ਦੀ ਪ੍ਰਧਾਨਗੀ ਕੌਣ ਕਰ ਰਿਹਾ ਸੀ? ਤਾਂ ਇਹ ਤੇ ਆਪਸ਼ਨ ਹੈ ਵੱਲਭ ਭਾਈ ਪਟੇਲ, ਬੀ ਤੇ ਆਪਣੇ ਕੋਲੇ ਐਸ ਸ਼੍ਰੀਨਿਵਾਸ ਅਇੰਗਰ ਨੇ, ਤੇ ਸੀ ਤੇ ਹੈ ਮੋਤੀਲਾਲ ਨਹਿਰੂ, ਤੇ ਡੀ ਤੇ ਆਪਣੇ ਕੋਲੇ ਐਸ.ਏ. ਅੰਸਾਰੀ ਜੀ। ਤਾਂ ਡੀ ਆਪਸ਼ਨ ਜਿਹੜੀ ਹੈ ਇੱਥੇ ਆਪਣੇ ਕੋਲੇ ਬਿਲਕੁਲ ਸਹੀ ਹੋ ਜਾਏਗੀ ਜੀ, ਐਸ.ਏ. ਅੰਸਾਰੀ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 12 ਨੰਬਰ ਪ੍ਰਸ਼ਨ ਹੈ। 2 ਨੇਤਾਵਾਂ ਨੇ ਆਣਾ ਸੀ ਇੱਥੇ ਨੇ ਸਾਰੀਆਂ 3 ਗੋਲ ਮੇਜ਼ RTC ਜਿਹਨੂੰ ਆਪਾਂ ਕਹਿੰਦੇ ਆ ਰਾਉਂਡ ਟੇਬਲ ਕਾਨਫਰੰਸ ਵਿੱਚ ਹਿੱਸਾ ਲਿਆ। ਇਹਨਾਂ ਵਿੱਚੋਂ ਇੱਕ ਸੀਗੇ ਤੇਜ ਬਹਾਦਰ, ਤਾਂ ਦੂਜੇ ਕੌਣ ਸੀ? ਤਾਂ ਇਹ ਤੇ ਆਪਸ਼ਨ ਹੈ MK ਗਾਂਧੀ, ਬੀ ਤੇ ਹੈ ਜਵਾਹਰ ਲਾਲ ਨਹਿਰੂ, ਸੀ ਤੇ ਹੈ MR ਜੈਂਕਰ, ਤੇ ਡੀ ਤੇ ਹੈ BR ਅੰਬੇਦਕਰ। ਤਾਂ BR ਅੰਬੇਦਕਰ ਹੀ ਸੀ ਜਿਨ੍ਹਾਂ ਨੇ ਤਿੰਨਾਂ 'ਚ ਭਾਗ ਲਿਆ ਸੀਗਾ। ਸ਼ੁਰੂ ਕਦੋਂ ਹੋਈਆਂ ਸੀ? 1930, 31 ਤੇ 32 ਦੇ ਵਿੱਚ। ਤਾਂ ਗਾਂਧੀ ਜੀ ਵੀ ਗਏ ਸਨ ਕਾਂਗਰਸ ਦੇ ਪ੍ਰਤੀਨਿਧੀ ਬਣ ਕੇ 31 ਦੇ ਵਿੱਚ, ਪਰ ਉੱਥੇ ਜਾ ਕੇ ਕੀ ਹੈ ਨਾਰਾਜ਼ ਹੋ ਜਾਂਦੇ ਨੇ। ਤਾਂ ਬਾਅਦ ਦੇ ਵਿੱਚ ਇਹਨਾਂ ਨਾਲ ਅਰਵਿੰਦ ਜਿਹੜਾ ਸਮਝੌਤਾ ਹੁੰਦਾ 5 ਮਾਰਚ 1931 ਨੂੰ। ਤਾਂ ਜਿਸ ਤੋਂ ਬਾਅਦ ਕੀ ਆ ਭਗਤ ਸਿੰਘ ਸੀਗੇ ਜਿਹੜੇ ਉਹਨਾਂ ਨੂੰ ਕੀ ਆ ਮਾਰਚ ਦੇ ਮਹੀਨੇ ਦੇ ਵਿੱਚ ਹੀ 20 ਤੋਂ 15 ਦਿਨਾਂ ਦੇ ਵਿੱਚ ਕੀ ਆ ਫਾਂਸੀ ਜਿਹੜੀ ਆ ਦੇ ਦਿੱਤੀ ਜਾਂਦੀ ਹੈ ਜਾਂ ਸੁਣਾ ਦਿੱਤੀ ਜਾਂਦੀ ਹੈ। ਤਾਂ ਫਾਂਸੀ ਦੀ ਸਜ਼ਾ ਜਿਹੜੀ ਆ ਇਹਨਾਂ ਦੇ ਜਿਹੜੇ ਆਪਸੀ ਕਵਾਂਗੇ ਸਮਝੌਤੇ ਤੋਂ ਬਾਅਦ ਹੋਈ ਸੀਗੀ।
ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਜਲਿਆਂਵਾਲਾ ਬਾਗ ਹੱਤਿਆਕਾਂਡ ਲਈ ਜ਼ਿੰਮੇਵਾਰ ਕੌਣ ਸੀ? ਜ਼ਿੰਮੇਵਾਰ ਪੁੱਛਿਆ ਜੀ ਆਪਣੇ ਕੋਲੋਂ। ਤਾਂ ਏ ਤੇ ਆਪਸ਼ਨ ਹੈ JF ਰੇਹਿਲ, ਬੀ ਤੇ ਆਪਣੇ ਕੋਲੇ ਓ ਡਾਇਰ, ਇਹਨੂੰ ਆਪਾਂ ਜਰਨਲ ਓ ਡਾਇਰ ਵੀ ਕਹਿ ਸਕਦੇ ਹਾਂ, ਅਡਵਾਇਰ ਵੀ ਕਹਿ ਦਿੰਦੇ ਨੇ। ਠੀਕ ਹੈ ਜੀ। ਅੱਗੇ ਹੈ ਜੀ ਸੀ ਤੇ ਵਿਲੀਅਮ ਬੈਂਟਿਕ ਤੇ ਡੀ ਤੇ ਹੈ ਮਾਈਲਸ ਇਰਵਿੰਗ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਅਡਵਾਇਰ ਹੱਤਿਆਕਾਂਡ ਦੇ ਲਈ, ਜਲਿਆਂਵਾਲਾ ਬਾਗ 'ਚ ਜਿਹੜੀ ਹੱਤਿਆਕਾਂਡ ਹੋਈ ਸੀ ਉਸ ਦੇ ਲਈ ਕੀ ਨੇ? ਜ਼ਿੰਮੇਵਾਰ ਸਨ। ਅੱਗੇ ਜੀ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਤੀਜੀ ਗੋਲ ਮੇਜ਼ ਕਾਨਫਰੰਸ ਕਦੋਂ ਹੋਈ ਸੀ? ਤਾਂ ਏ ਤੇ ਆਪਸ਼ਨ ਹੈ 1933 ਈਸਵੀ ਦੇ ਵਿੱਚ, ਬੀ ਤੇ ਆਪਣੇ ਕੋਲੇ 1928 ਈਸਵੀ ਚ, ਸੀ ਤੇ 1931 ਤੇ ਡੀ ਤੇ ਆਪਣੇ ਕੋਲੇ 1932 ਦੇ ਵਿੱਚ। ਤਾਂ ਦੇਖੋ 1932 ਦੇ ਵਿੱਚ ਜਿਹੜੀ ਆ ਤੀਜੀ ਗੋਲ ਮੇਜ਼ ਕਾਨਫਰੰਸ ਜਿਹੜੀਆਂ ਹੁੰਦੀਆਂ 1931 ਦੇ ਵਿੱਚ ਦੂਜੀ ਹੋਈ ਸੀ। ਠੀਕ ਹੈ ਜੀ। 1928 ਦੀ ਗੱਲ ਕਰੀਏ ਤਾਂ ਸਾਈਮਨ ਕਮਿਸ਼ਨ ਭਾਰਤ ਆਇਆ ਸੀ। ਇਸ ਸਮੇਂ ਕੀ ਸੀ? ਲਾਲਾ ਲਾਜਪਤ ਰਾਏ ਦੀ ਲਾਠੀਆਂ ਦੇ ਵਿੱਚ, ਉੱਥੇ ਲਾਠੀਆਂ ਚੱਲਦੀਆਂ ਤੇ ਉਹਨਾਂ ਦੇ ਸਿਰ ਦੇ ਵਿੱਚ ਲਾਠੀ ਵੱਜਦੀ ਹੈ ਤੇ ਜਿਸ ਤੋਂ ਬਾਅਦ ਕਿ ਲਾਲਾ ਲਾਜਪਤ ਰਾਏ ਜੀ ਦੀ ਹੱਤਿਆ ਹੋ ਜਾਂਦੀ, ਯਾਨੀ ਕਿ ਸ਼ਹੀਦੀ ਪ੍ਰਾਪਤ ਕਰ ਲੈਂਦੇ ਨੇ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਆਧੁਨਿਕ ਭਾਰਤ ਦੀ ਜਾਗ੍ਰਿਤੀ ਵਿੱਚ ਮੁੱਢਲੀ ਹਸਤੀ ਸੀ। ਮੁੱਢਲੀ ਹਸਤੀ ਕਿਹਨਾਂ ਨੂੰ ਕਿਹਾ ਜਾਂਦਾ ਆਧੁਨਿਕ ਭਾਰਤ ਵਿੱਚ, ਭਾਰਤ ਦੀ ਜਾਗ੍ਰਿਤੀ ਵਿੱਚ? ਔਰ ਜਾਂ ਫਿਰ ਗੱਲ ਕਰ ਲਈਏ ਆਧੁਨਿਕ ਭਾਰਤ ਦਾ ਪਹਿਲਾ ਇਨਸਾਨ ਜਾਂ ਨਾਗਰਿਕ ਕੌਣ ਸੀ? ਠੀਕ ਹੈ ਜੀ। ਤਾਂ ਕੌਣ ਸੀ? ਏ ਤੇ ਆਪਸ਼ਨ ਹੈ ਸਵਾਮੀ ਵਿਵੇਕਾਨੰਦ, ਬੀ ਤੇ ਆਪਣੇ ਕੋਲੇ ਪਏ ਆ ਮਹਾਤਮਾ ਗਾਂਧੀ, ਸੀ ਤੇ ਰਾਜਾ ਰਾਮ ਮੋਹਨ ਰਾਏ ਤੇ ਡੀ ਤੇ ਦਾਦਾ ਭਾਈ ਨੌਰੋਜੀ। ਤਾਂ ਸੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ, ਰਾਜਾ ਰਾਮ ਮੋਹਨ ਰਾਏ। ਵਿਦਿਆਰਥੀ ਸਾਥੀਓ, ਸਾਡੇ ਸਕੂਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਵਿਦਿਆਰਥੀ ਸਾਥੀਓ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਕਿ ਤੁਹਾਡੇ ਕੋਲੇ ਜਿਹੜੀ ਆ ਸਾਡੀ ਇੱਕ ਇੱਕ ਇਨਫੋਰਮੇਸ਼ਨ ਜਿਹੜੀ ਅਲੱਗ-ਅਲੱਗ ਵੀਡੀਓਜ਼ ਪਹੁੰਚਦੀਆਂ ਰਹਿਣ, ਔਰ ਇਸ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਨਾ ਤਾਂ ਕਿ ਲੋੜਵੰਦ ਬੱਚਿਆਂ ਦਾ ਜਿਹੜਾ ਫਾਇਦਾ ਹੋ ਸਕੇ। ਤਾਂ ਅੱਗੇ ਵਧਦੇ ਹਾਂ ਜੀ। ਅੱਗੇ ਅਜੇ ਦਾ ਆਪਣੇ ਕੋਲੇ 16 ਨੰਬਰ ਪ੍ਰਸ਼ਨ ਹੈ, ਗਾਂਧੀ ਜੀ 1931 ਈਸਵੀ ਵਿੱਚ ਡੈਸ਼ ਭਾਗ ਲੈਣ ਲਈ ਇੰਗਲੈਂਡ ਗਏ ਸਨ। ਹੁਣ ਇੰਗਲੈਂਡ ਵਿੱਚ 1931 ਈਸਵੀ ਦੇ ਵਿੱਚ ਜਾਂਦੇ ਨੇ, ਕਿਹਦੇ ਵਿੱਚ ਭਾਗ ਲੈਣ ਵਾਸਤੇ? ਉਹੀ ਕੁਐਸਚਨ ਰਾਉਂਡ ਟੇਬਲ ਕਾਨਫਰੰਸ ਦਾ ਜਿਹੜਾ ਰਿਪੀਟ ਹੋਇਆ ਆਪਣੇ ਕੋਲੇ, ਤਾਂ ਕਿਹੜੀ ਸੀਗੀ? ਤੀਜੀ ਗੋਲਮੇਜ ਕਾਨਫਰੰਸ, ਬੀ ਤੇ 27 ਲੋਕਾਂ ਦੀ ਲੀਗ ਦੇ ਇਜਲਾਸ ਲਈ, ਸੀ ਤੇ ਦੂਜੀ ਗੋਲ ਮੇਜ ਕਾਨਫਰੰਸ ਲਈ, ਡੀ ਤੇ ਆਪਣੇ ਕੋਲੇ ਪਹਿਲੀ ਗੋਲ ਮੇਜ ਸੌਰੀ ਇੱਥੇ ਆਣਾ ਸੀ ਕਾਨਫਰੰਸ ਲਈ। ਠੀਕ ਹੈ ਜੀ, ਸਪੈਲਿੰਗ ਮਿਸਟੇਕ ਆ, ਕਾਨਫਰੰਸ ਆਣਾ ਸੀਗਾ। ਠੀਕ ਹੈ ਜੀ। ਤਾਂ ਜਿਹੜੀ ਆਪਣੇ ਕੋਲੇ ਸੀ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ, ਦੂਜੀ ਗੋਲ ਮੇਜ ਕਾਨਫਰੰਸ ਵਾਸਤੇ ਗਾਂਧੀ ਜੀ 1931 ਈਸਵੀ ਵਿੱਚ ਇੰਗਲੈਂਡ ਯਾਨੀ ਕਿ ਲੰਡਨ ਦੇ ਵਿੱਚ ਜਾਂਦੇ ਨੇ। ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ, ਭਾਰਤੀ ਸਮਾਜ ਸੇਵਕ ਸੁਸਾਇਟੀ ਦੀ ਸਥਾਪਨਾ 1905 ਈਸਵੀ ਵਿੱਚ ਕੀਤੀ ਗਈ। ਤਾਂ ਦੇਖੋ ਏ ਤੇ ਆਪਸ਼ਨ ਪਈ ਹੈ ਮਹਾਤਮਾ ਗਾਂਧੀ, ਬੀ ਤੇ ਆਪਣੇ ਕੋਲੇ ਬਾਲ ਗੰਗਾਧਰ ਤਿਲਕ, ਸੀ ਤੇ ਏਓ ਹਿਊਮ ਤੇ ਡੀ ਤੇ ਗੋਪਾਲ ਕ੍ਰਿਸ਼ਨ ਗੋਖਲੇ ਜੀ। ਤਾਂ ਦੇਖੋ ਇਹਦੀ ਡੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ, ਸਥਾਪਨਾ ਜਿਹੜੀ ਹੈ ਭਾਰਤੀ ਸਮਾਜ ਸੇਵਕ ਸੁਸਾਇਟੀ ਦੀ। ਠੀਕ ਹੈ ਜੀ। ਤਾਂ ਉਹ ਕਿੰਦੇ ਵੱਲੋਂ ਕੀਤੀ ਗਈ ਸੀ? ਗੋਪਾਲ ਕ੍ਰਿਸ਼ਨ ਗੋਖਲੇ ਜੀ ਦੇ ਵੱਲੋਂ ਕੀਤੀ ਗਈ ਸੀ। ਕਦੋਂ ਕੀਤੀ ਗਈ? 1905 ਈਸਵੀ ਦੇ ਵਿੱਚ। ਦੇਖੋ ਇੱਕ ਇੱਕ ਕੁਐਸਚਨ ਦੇ ਨਾਲ ਜਿਹੜੇ ਆਪਣੇ 2-2 3-3 ਫੈਕਟ ਕਲੀਅਰ ਹੋ ਰਹੇ ਨੇ। ਅੱਗੇ ਜੀ ਸਾਡੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਕਿਹੜੇ ਸਾਲ ਗਾਂਧੀ ਜੀ ਆਪਣੇ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨ ਲਈ ਦੱਖਣੀ ਅਫਰੀਕਾ ਤੋਂ ਵਾਪਸ ਆਏ ਸਨ? ਕਿਹੜੇ ਸਾਲ 'ਚ ਵਾਪਸ ਆਏ ਸਨ? ਏ ਤੇ ਆਪਸ਼ਨ ਹੈ 1914, ਬੀ ਤੇ 1915, ਸੀ ਤੇ 1918 ਤੇ ਡੀ ਤੇ 1916। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। 1915 ਦੇ ਵਿੱਚ ਕੀ ਹੈ, ਗਾਂਧੀ ਜੀ ਦੱਖਣੀ ਅਫਰੀਕਾ ਤੋਂ ਵਾਪਸ ਆਏ ਸਨ। ਔਰ ਮੈਂ ਗੱਲ ਕਰਾਂ ਗਏ ਕਦੋਂ ਸਨ, ਤਾਂ 1893 ਈਸਵੀ 'ਚ। ਇਹ ਚੀਜ਼ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਵਧਦੇ ਹਾਂ ਜੀ। ਅੱਗੇ ਵਿਦਿਆਰਥੀ ਸਾਥੀਓ ਆਪਣੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਭਾਰਤੀ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਮੁਸਲਿਮ ਲੀਗ ਦੀ ਸਥਾਪਨਾ ਪੁੱਛੀ ਹੈ। ਤਾਂ ਏ ਤੇ ਆਪਸ਼ਨ ਹੈ 1908 ਈਸਵੀ, ਬੀ ਤੇ 1939 ਈਸਵੀ ਚ, ਸੀ ਤੇ 1940 ਈਸਵੀ ਦੇ ਵਿੱਚ ਤੇ ਡੀ ਤੇ 1906 ਈਸਵੀ ਦੇ ਵਿੱਚ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਡੀ। ਜੇਕਰ ਹੁਣ ਇੱਥੇ ਤੁਹਾਡੇ ਕੋਲੋਂ ਡੇਟ ਪੁੱਛ ਲੈਣ ਤਾਂ ਗੈਸ ਕਰੋ ਕੀ ਹੋਏਗੀ। ਸੋਚੋ ਥੋੜਾ ਟਾਈਮ ਦੇ ਦੇਣਾ ਤੁਹਾਨੂੰ ਮੈਂ। ਤਾਂ 30 ਦਸੰਬਰ ਸੀਗੀ ਜੀ। ਠੀਕ ਹੈ ਜੀ, 30 ਦਸੰਬਰ। ਵਿਦਿਆਰਥੀ ਸਾਥੀਓ ਨੀਚੇ ਲਾਈਵ ਚੈਟ 'ਚ ਜਿਹੜੇ ਤੁਹਾਡੇ ਕਮੈਂਟ ਚੱਲ ਰਹੇ ਨੇ, ਮੈਂ ਉਹਨਾਂ ਦਾ ਰਿਪਲਾਈ ਤਾਂ ਹੀ ਨਹੀਂ ਦਿੰਦਾ, ਇਹ ਆਪਣੀ ਵੀਡੀਓ ਜਿਹੜੀ ਆ ਵੱਡੀ ਹੋ ਜਾਏਗੀ। ਪਰ ਕੀ ਹੈ ਆਪਣੇ ਕੋਲੇ ਸਮਾਂ ਘੱਟ ਹੈ, ਇਸ ਕਰਕੇ ਕੀ ਹੈ ਆਪਾਂ ਹੁਣ ਵੀਡੀਓ ਤਾਂ ਚਾਹੇ ਲਾਈਵ ਚੱਲ ਰਹੀ ਹੈ
ਪਰ ਕੀ ਹੈ ਮੈਂ ਰਿਪਲਾਈ ਨਹੀਂ ਦੇਵਾਂਗਾ, ਕਿਉਂ ਜੇਕਰ ਮੈਂ ਵੀਡੀਓ 20 ਮਿੰਟਾਂ ਦੀ ਹੈ ਤੇ ਰਿਪਲਾਈ ਦਿੰਦਾ ਰਹਿ ਗਿਆ ਤੁਹਾਡੀ ਤਾਂ ਵੀਡੀਓ 40 ਮਿੰਟਾਂ ਦੀ ਹੋ ਜਾਣੀ ਹੈ। ਤਾਂ ਇਹੀ ਕਿਉਂ ਨਾ ਆਪਾਂ 20 ਮਿੰਟ ਹੋਰ ਆਪਣੇ ਸੇਵ ਕਰੀਏ ਤੇ ਹੋਰ ਆਪਾਂ ਵੀਡੀਓ ਦੇਖੀਏ ਜਾਂ ਹੋਰ ਪੜ੍ਹੀਏ, ਠੀਕ ਹੈ ਜੀ। ਤਾਂ ਇਸੇ ਕਰਕੇ ਮੈਂ ਜਿਹੜੇ ਵੀਡੀਓ ਦੇ ਨੀਚੇ ਲਾਈਵ ਚੈਟ ਦੇ ਕਮੈਂਟ ਦੇ ਆਨਸਰ ਨਹੀਂ ਦਿੰਦਾ ਜਾਂ ਜਵਾਬ ਨਹੀਂ ਦਿੰਦਾ। ਤਾਂ ਐਪਰੀਸ਼ੀਏਟ ਜ਼ਰੂਰ ਕਰੂੰਗਾ ਸਾਰਿਆਂ ਦਾ, ਔਰ ਸਾਰਿਆਂ ਦਾ ਥੈਂਕਸ ਵੀ ਕਰੂੰਗਾ ਜਿਹੜੇ ਲਾਈਵ ਚੈਟ 'ਚ ਸਾਡੇ ਨਾਲ ਜੁੜੇ ਨੇ ਔਰ ਕਮੈਂਟ ਵੀ ਕਰ ਰਹੇ ਹਨ। ਔਰ ਹੁਣ ਆਪਾਂ ਗੱਲ ਕਰ ਲਈਏ ਇਹਦੀ ਸਥਾਪਨਾ ਜਿਹੜੀ ਹੈ ਕਿੱਥੇ ਕੀਤੀ ਗਈ, ਤਾਂ ਢਾਕਾ 'ਚ, ਠੀਕ ਹੈ, ਢਾਕਾ ਬੰਗਲਾਦੇਸ਼ 'ਚ। ਤਾਂ ਕਰਨ ਵਾਲੇ ਕੌਣ ਸਨ? ਸਲੀਮ ਉੱਲਾ ਖਾਨ, ਠੀਕ ਹੈ ਜੀ, ਉੱਲਾ ਖਾਨ ਜੀ। ਔਰ ਸਥਾਈ ਪ੍ਰਧਾਨ ਕਿਹਨਾਂ ਨੂੰ ਬਣਾਇਆ ਸੀ? ਪ੍ਰਧਾਨ ਦੀ ਜੇਕਰ ਗੱਲ ਕਰੀਏ ਤਾਂ ਉਹ ਕੌਣ ਸਨ? ਆਗਾ ਖਾਨ ਜੀ, ਠੀਕ ਹੈ ਜੀ। ਔਰ ਜੇਕਰ ਆਪਣੇ ਕੋਲ ਆ ਜੇ ਪਾਕਿਸਤਾਨ ਦੀ ਮੰਗ ਜਿਹੜੀ ਕਦੋਂ ਉੱਠੀ ਸੀ? ਉਹ 1940 ਚ ਉੱਠੀ ਸੀ। ਤਾਂ ਪਾਕਿਸਤਾਨ ਸ਼ਬਦ ਕਿਹਨਾਂ ਨੇ ਬਣਾਇਆ ਸੀ? ਚੌਧਰੀ ਰਹਿਮਤ ਅਲੀ ਜੀ ਨੇ, ਠੀਕ ਹੈ ਜੀ। ਇਹ ਜਿਹੜੀਆਂ ਚੀਜ਼ਾਂ ਨੇ ਪਾਕਿਸਤਾਨ ਦੇ ਬਾਰੇ ਜਾਂ ਮੁਸਲਿਮ ਲੀਗ ਦੇ ਬਾਰੇ ਤੁਸੀਂ ਯਾਦ ਵਿੱਚ ਰੱਖ ਸਕਦੇ ਹੋ। ਅੱਗੇ ਜੀ ਸਾਡੇ ਕੋਲੇ ਅੱਜ ਦਾ 21 ਨੰਬਰ ਪ੍ਰਸ਼ਨ ਹੈ, ਸੱਤਿਆਗ੍ਰਹਿ ਦਾ ਪਹਿਲਾ ਪ੍ਰਯੋਗ 1917 ਈਸਵੀ ਵਿੱਚ ਡੈਸ਼ ਵਿਖੇ ਹੋਇਆ। ਕਿੱਥੇ ਹੋਇਆ ਸੀ ਸੱਤਿਆਗ੍ਰਹਿ ਦਾ ਪਹਿਲਾ ਜਿਹੜਾ ਪ੍ਰਯੋਗ? ਤਾਂ ਇਹ ਤੇ ਆਪਸ਼ਨ ਹੈ ਬਰਦੋਲੀ ਜਾਂ ਬਾਰਦੋਲੀ ਬੋਲ ਦਿੰਦੇ ਆ, ਬੀ ਤੇ ਹੈ ਚੰਪਾਰਨ, ਸੌਰੀ ਬੀ ਤੇ ਸਾਬਰਮਤੀ, ਸੀ ਤੇ ਆਪਣੇ ਕੋਲੇ ਚੰਪਾਰਨ ਤੇ ਡੀ ਤੇ ਹੈ ਅਹਿਮਦਾਬਾਦ। ਤਾਂ ਸੋਚੋ ਇਹਦਾ ਕੀ ਆਨਸਰ ਹੋ ਜਾਏਗਾ? ਇਹਦਾ ਆਨਸਰ ਹੋ ਜਾਏਗਾ ਜੀ ਚੰਪਾਰਨ, ਠੀਕ ਹੈ। ਸੀ ਆਪਸ਼ਨ ਹੋ ਜਾਏਗੀ ਸਹੀ। ਤਾਂ ਇਹ ਕਿਸਾਨਾਂ ਦਾ ਅੰਦੋਲਨ ਸੀ। ਤਾਂ ਇੱਕ ਇਨਸਾਨ ਸਨ ਰਾਜਕੁਮਾਰ ਜੀ, ਉਹਨਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਸੀ, ਠੀਕ ਹੈ ਜੀ। ਇਹ ਵੀ ਚੀਜ਼ ਜਿਹੜੀ ਹੈ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਜੀ ਸਾਡੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ, 1920-22 ਵਿੱਚ ਕਿਹੜੇ ਕਾਰਨਾਂ ਕਰਕੇ ਅਸਹਿਯੋਗ ਅੰਦੋਲਨ ਜਿਹੜਾ ਮੁਲਤਵੀ ਕਰਨਾ ਪਿਆ ਸੀ? ਇਹ ਤੇ ਆਪਸ਼ਨ ਹੈ ਕਾਂਗਰਸ ਵਿੱਚ ਮਤਭੇਦ ਕਾਰਨ, ਬੀ ਤੇ ਹੈ ਚੋਰਾ ਚੋਰੀ ਦੀ ਹਿੰਸਾ ਹੋਣ ਦੇ ਕਾਰਨ, ਸੀ ਤੇ ਹੈ ਗਾਂਧੀ ਜੀ ਦੀ ਬਿਮਾਰੀ ਦੇ ਕਾਰਨ, ਡੀ ਤੇ ਹੈ ਅੰਗਰੇਜ਼ਾਂ ਦੁਆਰਾ ਦਬਾਅ ਦੇ ਕਾਰਨ। ਤਾਂ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਜੀ ਚੋਰਾ ਚੋਰੀ ਹਿੰਸਾ ਹੋ ਗਈ ਸੀ, ਠੀਕ ਹੈ। ਕ੍ਰਾਂਤੀਕਾਰੀਆਂ ਦੇ ਵੱਲੋਂ ਕੀ ਸੀਗਾ? ਅੰਗਰੇਜ਼ੀ ਅਧਿਕਾਰੀਆਂ ਨੂੰ ਥਾਣਿਆਂ ਦੇ ਵਿੱਚ ਮਾਰ ਦਿੱਤਾ ਗਿਆ ਸੀ ਜਾ ਕੇ। ਨੈਟ ਡੇਟ ਪੁੱਛਣ ਤਾਂ ਸੀਗੀ ਜੀ 5 ਫਰਵਰੀ, ਠੀਕ ਹੈ। ਮੋਸਟਲੀ ਪੇਪਰ 'ਚ ਨੈਟ ਡੇਟ ਜ਼ਰੂਰ ਪੁੱਛਦੇ ਆ। 5 ਫਰਵਰੀ 1922 ਨੂੰ ਜਿਹੜਾ ਮੁਲਤਵੀ ਕਰ ਦਿੱਤਾ ਸੀਗਾ। ਤਾਂ ਸ਼ੁਰੂ ਕਦੋਂ ਹੋਇਆ ਸੀਗਾ? 1920 ਦੇ ਵਿੱਚ ਸ਼ੁਰੂ ਹੋਇਆ ਸੀਗਾ। ਅੱਗੇ ਜੀ ਸਾਡੇ ਕੋਲੇ ਅੱਜ ਦਾ 23 ਨੰਬਰ ਪ੍ਰਸ਼ਨ ਹੈ, 1943 ਈਸਵੀ ਵਿੱਚ ਭਾਰਤੀ ਰਾਸ਼ਟਰੀ ਸੈਨਾ ਦੀ ਸਥਾਪਨਾ ਕਿੱਥੇ ਹੋਈ? ਦੇਖੋ ਭੁਲੇਖਾ ਨਹੀਂ ਖਾਣਾ ਸੁਭਾਸ਼ ਚੰਦਰ ਬੋਸ ਜੀ ਵਾਲਾ, ਠੀਕ ਹੈ। ਇੱਥੇ ਆਪਾਂ ਪਹਿਲਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਤੋਂ ਵੀ ਪਹਿਲਾਂ। ਇਹ ਤੇ ਆਪਸ਼ਨ ਹੈ ਕਲਕੱਤਾ, ਬੀ ਤੇ ਜਾਪਾਨ, ਸੀ ਤੇ ਹੈ ਸਿੰਗਾਪੁਰ ਤੇ ਡੀ ਤੇ ਆਪਣੇ ਕੋਲੇ ਬਰਮਾ। ਤਾਂ ਸੋਚੋ ਇਹਦਾ ਕੀ ਆਨਸਰ ਹੋਏਗਾ ਜੀ? ਤਾਂ ਇਹਦਾ ਆਨਸਰ ਹੋਏਗਾ ਰਾਈਟ ਆਪਣੇ ਕੋਲੇ ਸਿੰਗਾਪੁਰ, ਠੀਕ ਹੈ। ਤਾਂ ਕਰਨ ਵਾਲੇ ਕੌਣ ਸਨ? ਸਥਾਪਨਾ ਕਰਨ ਵਾਲੇ ਕੌਣ ਸਨ? ਤਾਂ ਉਹ ਸੀਗੇ ਜੀ ਕੈਪਟਨ ਮੋਹਨ ਸਿੰਘ। ਇਹ ਸੁਭਾਸ਼ ਚੰਦਰ ਬੋਸ ਜੀ ਤੋਂ ਪਹਿਲਾਂ ਆਜ਼ਾਦ ਹਿੰਦ ਫੌਜ ਤੋਂ ਪਹਿਲਾਂ ਇਸ ਚੀਜ਼ ਦੀ ਸਥਾਪਨਾ ਜਿਹੜੀ ਹੈ ਉਹ ਹੋ ਗਈ ਸੀ। ਤੇ ਜੇਕਰ ਸੁਭਾਸ਼ ਚੰਦਰ ਬੋਸ ਜੀ ਦੀ ਗੱਲ ਕਰੀਏ ਤਾਂ ਸੁਭਾਸ਼ ਚੰਦਰ ਬੋਸ ਜੀ ਕੀ ਸੀਗੇ? 1943 ਦੇ ਵਿੱਚ ਕੀ ਸੀ? ਪ੍ਰਧਾਨ ਲਾਏ ਗਏ ਸੀ ਇਹਨਾਂ ਦੇ, ਠੀਕ ਹੈ ਜੀ। ਇਹ ਚੀਜ਼ ਤੁਸੀਂ ਇੱਥੋਂ ਵੀ ਯਾਦ ਰੱਖ ਸਕਦੇ ਹੋ। ਅੱਗੇ ਜੀ ਸਾਡੇ ਕੋਲੇ ਅੱਜ ਦਾ 24 ਨੰਬਰ ਪ੍ਰਸ਼ਨ ਹੈ, ਬ੍ਰਿਟਿਸ਼ ਸੰਸਦ ਨੇ ਰਾਜ ਸ਼ਕਤੀ ਈਸਟ ਇੰਡੀਆ ਕੰਪਨੀ ਤੋਂ ਬ੍ਰਿਟਿਸ਼ ਕਰਾਊਨ ਯਾਨੀ ਕਿ ਤਾਜ ਨੂੰ ਕਦੋਂ ਤਬਦੀਲ ਕੀਤਾ? ਯਾਨੀ ਕਿ ਤਾਜ ਸ਼ਾਸਨ ਕਦੋਂ ਆਇਆ ਸੀ? ਪਹਿਲਾਂ ਵੀ ਮੈਂ ਕਰਵਾ ਚੁੱਕਿਆ ਤੁਹਾਨੂੰ ਕੁਐਸਚਨ ਹੈ, ਮਹਾਰਾਣੀ ਵਿਕਟੋਰੀਆ ਜੀ ਕਦੋਂ ਆਏ ਸਨ? ਕਿੰਦੇ ਰਾਜ ਵਿੱਚ ਆਏ ਸਨ? ਇਹ ਤੇ ਆਪਸ਼ਨ ਹੈ 1868 ਈਸਵੀ ਦੇ ਵਿੱਚ, ਬੀ ਤੇ ਆਪਣੇ ਕੋਲੇ 1862 ਈਸਵੀ ਦੇ ਵਿੱਚ, ਸੀ ਤੇ 1858 ਈਸਵੀ ਦੇ ਵਿੱਚ ਤੇ ਡੀ ਤੇ 1847 ਈਸਵੀ ਵਿੱਚ। ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। 1857 ਈਸਵੀ ਦੇ ਵਿਰੋਧ ਤੋਂ ਬਾਅਦ ਕੀ ਹੈ 1858 ਦੇ ਵਿੱਚ ਬ੍ਰਿਟਿਸ਼ ਕਰਾਊਨ ਜਾਂ ਤਾਜ ਸ਼ਾਸਨ ਆ ਜਾਂਦਾ, ਮਹਾਰਾਣੀ ਵਿਕਟੋਰੀਆ ਜੀ ਆ ਜਾਂਦੇ ਨੇ। ਕਿਹੜੇ ਸਮੇਂ ਦੇ ਵਿੱਚ? ਤਾਂ ਉਦੋਂ ਕੌਣ ਸੀਗਾ ਜੇਕਰ ਆਪਾਂ ਗੱਲ ਕਰੀਏ ਗਵਰਨਰ ਜਨਰਲ, ਤੇ ਬਾਅਦ ਦੇ ਵਿੱਚ ਵਾਇਸਰਾਏ ਉਹੀ ਬਣ ਗਿਆ ਸੀ। ਤਾਂ ਉਹ ਕੌਣ ਸੀ? ਲਾਰਡ ਕੈਨਿੰਗ ਸੀਗਾ। ਇਹ ਵੀ ਚੀਜ਼ ਤੁਸੀਂ ਯਾਦ ਰੱਖ ਲੈਣਾ। ਤਾਂ ਇਸ ਸਮੇਂ ਕੀ ਸੀ? ਗਵਰਨਰ ਜਨਰਲ ਦੀ ਉਪਾਧੀ ਜਿਹੜੀ ਭਾਰਤ ਚੋਂ ਖਤਮ ਕਰਕੇ ਵਾਇਸਰਾਏ ਲਾ ਦਿੱਤਾ ਗਿਆ ਸੀਗਾ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਬਰਦੋਲੀ ਸੱਤਿਆਗ੍ਰਹਿ ਦਾ ਨੇਤਾ ਕੌਣ ਸੀ? ਨੇਤਾ ਪੁੱਛਿਆ ਜੀ ਬਰਦੋਲੀ ਸੱਤਿਆਗ੍ਰਹਿ ਦਾ ਨੇਤਾ। ਇਹ ਤੇ ਆਪਸ਼ਨ ਹੈ ਜੀਬੀ ਪੰਤ, ਬੀ ਤੇ ਹੈ ਸਰਦਾਰ ਪਟੇਲ, ਸੀ ਤੇ ਹੈ ਵਿਨੋਬਾ ਭਾਵੇ, ਡੀ ਤੇ ਆਪਣੇ ਕੋਲੇ ਜਵਾਹਰ ਲਾਲ ਨਹਿਰੂ।
ਤਾਂ ਸੋਚੋ ਇਹਦਾ ਕੀ ਆਨਸਰ ਹੋਏਗਾ। ਤਾਂ ਇਹਦਾ ਆਨਸਰ ਹੋਏਗਾ ਜੀ ਸਰਦਾਰ ਪਟੇਲ। ਠੀਕ ਹੈ ਜੀ, ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਔਰ ਹਾਂ, ਇੱਕ ਗੱਲ ਹੋਰ ਯਾਦ ਰੱਖਿਓ, ਸਟੈਚੂ ਆਫ ਯੂਨਿਟੀ, ਸਟੈਚੂ ਆਫ ਯੂਨਿਟੀ ਜਿਹੜਾ ਮੋਦੀ ਜੀ ਦੇ ਦੁਆਰਾ ਕੀ ਹੈ, ਗੁਜਰਾਤ ਵਿੱਚ ਇਹਨਾਂ ਦੀ ਇੱਕ ਮੂਰਤੀ ਸਥਾਪਿਤ ਕੀਤੀ ਗਈ ਹੈ ਜਿਸ ਨੂੰ ਕਿਹਾ ਜਾਂਦਾ ਸਟੈਚੂ ਆਫ ਯੂਨਿਟੀ। ਅੱਗੇ ਵਿਦਿਆਰਥੀ ਸਾਥੀਓ, ਅੱਜ ਦਾ ਲਾਸਟ ਪ੍ਰਸ਼ਨ ਹੈ, ਗੋਆ, ਦਮਨ ਅਤੇ ਦਿਊ ਸਨ ਡੈਸ਼ ਵਿੱਚ ਪੁਰਤਗਾਲੀਆਂ ਤੋਂ ਮੁਕਤ ਕਰਾਏ ਗਏ। ਦੇਖੋ ਆਜ਼ਾਦੀ ਤੋਂ ਬਾਅਦ 1947 ਈਸਵੀ ਤੋਂ ਬਾਅਦ ਦੇ ਵਿੱਚ ਪੁਰਤਗਾਲੀ ਇਹਨਾਂ ਨੂੰ ਛੱਡ ਕੇ ਗਏ ਸਨ, ਗੋਆ, ਦਮਨ ਤੇ ਦਿਊ ਦੇ ਵਿੱਚ। ਠੀਕ ਹੈ, ਅੰਗਰੇਜ਼ਾਂ ਤੋਂ ਮੁਕਤ ਕਰਵਾ ਲਿਆ ਸੀ, ਪਰ ਪੁਰਤਗਾਲੀ ਜਿਹੜੇ ਨੇ ਬਾਅਦ ਵਿੱਚ ਗਏ ਸਨ। ਤਾਂ ਉਹ ਕਿਹੜੇ ਸਨ 'ਚ ਇੱਥੋਂ ਗਏ ਸਨ ਮੁਕਤ ਕਰਕੇ? ਏ ਤੇ ਆਪਸ਼ਨ ਹੈ 1971, ਬੀ ਤੇ 1965, ਸੀ ਤੇ 1961, ਡੀ ਤੇ 1951 ਦੇ ਵਿੱਚ। ਤਾਂ ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ 1961 ਦੇ ਵਿੱਚ। ਸੋ ਇਹ ਸੀਗਾ ਸਾਡਾ ਅੱਜ ਦਾ ਲਾਸਟ ਪ੍ਰਸ਼ਨ। ਵਿਦਿਆਰਥੀ ਸਾਥੀਓ, ਤੁਹਾਨੂੰ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਕਿੱਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਣਾ, ਔਰ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹਰ ਇੱਕ ਲੋੜਵੰਦ ਬੱਚੇ ਤੱਕ ਜਿਹੜੀ ਹੈ ਪ੍ਰੋਪਰ ਇਨਫੋਰਮੇਸ਼ਨ, ਪ੍ਰੋਪਰ ਵੀਡੀਓ, ਪ੍ਰੋਪਰ ਪ੍ਰਸ਼ਨ ਜਿਹੜੇ ਆ ਪਹੁੰਚ ਸਕਣ। ਔਰ ਇਹਦੇ ਨਾਲ ਤੁਹਾਡਾ ਵੀ ਫਾਇਦਾ ਹੈ ਤੇ ਉਸ ਬੱਚੇ ਦਾ ਵੀ ਫਾਇਦਾ ਹੈ ਜਿਹਨੂੰ ਤੁਸੀਂ ਸ਼ੇਅਰ ਕਰਨ ਜਾ ਰਹੇ ਹੋ। ਸੋ ਸਟੂਡੈਂਟਸ, ਕੁੱਬਲ ਰਣੌਲ ਜੀ ਫ੍ਰੀ ਐਡੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।